ਵਾਹਿਗੁਰੂ ਜਬ ਲੋ ਨਹੀਂ ਭਾਗ ਲਿਲਾਰ ਉਦੈ ਤਬ ਲੋ ਭ੍ਰਮ ਤੇ ਫਿਰਤੇ ਬੋਤਾਇਓ ਕਲ ਘੋਰ ਸਮੁੰਦਰ ਮਹਿ ਬੂਡਤ ਥੇ ਕਬਹੂ ਮਿਟਹਿ ਨਹੀਂ ਰੇ ਪਛਤਾਇਓ ਤਤ ਵਿਚਾਰ ਜਹ ਮਥੁਰਾ ਜਗ ਤਾਰਨ ਕੋ ਅਵਤਾਰ ਬਣਾਇਓ ਜਪਿਓ ਜਿਨ ਅਰਜੁਨ ਦੇਵ ਗੁਰੂ ਫਿਰ ਸੰਕਟ ਜੋਨ ਗਰਭ ਨ ਆਇਓ ਜਪਿਓ ਜਿਨ ਅਰਜੁਨ ਦੇਵ ਗੁਰੂ ਫਿਰ ਸੰਕਟ ਜੋਨ ਗਰਭ ਨ ਆਇਓ ਪਰਮ ਸਨਮਾਨਯੋਗ ਜੁਗੋ ਜੁਗ ਅਟਲ ਰੂਹਾਨੀਅਤ ਦੇ ਭੰਡਾਰ ਸ਼ਹਿਨਸ਼ਾਹੇ ਕੁੱਲ ਆਲਮ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਾਜ਼ੂਰੀ ਅੰਦਰ ਜੁੜ ਬੈਠੇ ਸਰਵੱਤਰ ਮਾਈ ਭਾਈ ਅੱਜ ਸ਼ਹੀਦਾਂ ਦੇ ਸਰਤਾਜ ਧੰਨ ਧੰਨ ਸ਼ਾਂਤੀ ਦੇ ਪੁੰਜ ਦਇਆ ਸਿੰਧ ਸਾਹਿਬ ਸ੍ਰੀ ਗੁਰੂ ਅਰਜੁਨ ਦੇਵ ਮਹਾਰਾਜ ਜੀ ਦਾ ਪਾਵਨ ਸ਼ਹੀਦੀ ਪੁਰਬ ਬੜੀ ਸ਼ਰਧਾ ਭਾਵਨਾ ਅਦਬ ਸਤਿਕਾਰ ਸਹਿਤ ਮਨਾਉਣ ਦਾ ਸਫਲ ਯਤਨ ਕਰ ਰਹੇ ਹੋ। ਧੰਨ ਧੰਨ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਕਲਯੁਗ ਜਹਾਜ਼ ਅਰਜਨ ਗੁਰੂ ਸਗਲ ਸ੍ਰਿਸ਼ਟ ਲਗ ਬਿਤਰੋ ਜਿਨ੍ਹਾਂ ਨੂੰ ਇਹ ਮਾਣ ਪ੍ਰਾਪਤ ਹੈ ਕਿ ਸਾਰੀ ਸ੍ਰਿਸ਼ਟੀ ਦੇ ਤਾਰਨ ਵਾਸਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਇੱਕ ਜਹਾਜ਼ ਦੀ ਨਿਆਈ ਹਨ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸਰੀਰਕ ਜਾਮੇ ਵਿੱਚ ਪੰਜਵੇਂ ਗੁਰੂ ਨਾਨਕ ਦੇ ਸਰੂਪ ਵਿੱਚ ਸੰਸਾਰ ਸ੍ਰਿਸ਼ਟੀ ਦੇ ਭਲੇ ਵਾਸਤੇ ਆਏ ਔਰ ਇਹ ਸੱਚ ਹੈ ਸ਼ੁਰੂ ਤੋਂ ਹੀ ਸੂਰਜ ਦੇ ਨਾਲ ਸੱਚ ਦੀ ਰੋਸ਼ਨੀ ਧੁੱਪ ਦੇ ਨਾਲ ਹਨੇਰੇ ਦਾ ਸਦਾ ਹੀ ਬੈਰ ਰਿਹਾ ਔਰ ਹਨੇਰਾ ਕਦੇ ਵੀ ਇਹ ਗੱਲ ਨਹੀਂ ਚਾਹੁੰਦਾ ਕਿ ਸੂਰਜ ਦਾ ਪ੍ਰਕਾਸ਼ ਹੋਵੇ। ਧੰਨ ਗੁਰੂ ਨਾਨਕ ਦੇਵ ਮਹਾਰਾਜ ਉਸ ਸੂਰਜ ਦੀ ਨਿਆਈ ਇਸ ਸੰਸਾਰ ਸ੍ਰਿਸ਼ਟੀ ਵਿੱਚ ਆਏ ਜਿਨ੍ਹਾਂ ਨੇ ਅੰਧਕਾਰ ਦੇ ਘੁੱਪ ਹਨੇਰੇ ਨੂੰ ਇਸ ਸੰਸਾਰ ਸ੍ਰਿਸ਼ਟੀ ਦੇ ਤਲ ਤੋਂ ਦੂਰ ਕੀਤਾ। ਸ੍ਰੀਮਾਨ ਭਾਈ ਗੁਰਦਾਸ ਸਾਹਿਬ ਜੀ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਉਸਤਤ ਵਿੱਚ ਕਹਿੰਦੇ ਹਨ ਕਿ ਸਤਿਗੁਰੂ ਨਾਨਕ ਪ੍ਰਗਟਿਆ ਮਿਟੀ ਧੁੰਦ ਜਗ ਚਾਨਣ ਹੋਆ ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲੋਆ। ਸਤਿਗੁਰੂ ਗੁਰੂ ਨਾਨਕ ਸਾਹਿਬ ਦਾ ਘਰ ਜਿਹਦੇ ਵਿੱਚੋਂ ਸੱਚ ਦੇ ਗਿਆਨ ਰੂਪੀ ਸੂਰਜ ਦੀਆਂ ਕਿਰਨਾਂ ਸੰਸਾਰ ਦੇ ਅੰਧਕਾਰੀ ਘੁੱਪ ਹਨੇਰੇ ਨੂੰ ਦੂਰ ਕਰਨ ਵਿੱਚ ਸਮਰੱਥਾ ਰੱਖਦੀਆਂ ਸਨ। ਹਮੇਸ਼ਾ ਹੀ ਹਨੇਰੇ ਨੇ ਸੱਚ ਦੀ ਰੋਸ਼ਨੀ ਨੂੰ ਦਬਾਉਣ ਦਾ ਯਤਨ ਕੀਤਾ ਪਰ ਇਹ ਅਟਲ ਸਚਾਈ ਹੈ ਕਿ ਜਦੋਂ ਸੂਰਜ ਚੜ੍ਹ ਜਾਏ ਹਨੇਰਾ ਉਸ ਨੂੰ ਰੋਕ ਨਹੀਂ ਸਕਦਾ। ਹਨੇਰੇ ਦੀ ਹੋਂਦ ਨਹੀਂ, ਸਿਰਫ ਸੂਰਜ ਦੀ ਗੈਰ ਹਾਜ਼ਰੀ ਵਿੱਚ ਹੀ ਹਨੇਰਾ ਹੈ। ਸੂਰਜ ਦੇ ਪ੍ਰਕਾਸ਼ ਹੁੰਦਿਆਂ ਸਾਰ ਅੰਧਕਾਰ ਅਗਿਆਨਤਾ ਦਾ ਹਨੇਰਾ ਸਦਾ ਵਾਸਤੇ ਮਿਟ ਜਾਂਦਾ ਹੈ। ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਸਮੇਂ ਤੋਂ ਹੀ ਬਾਬੇ ਤੇ ਬਾਵਰਕਿਆਂ ਦੀ ਆਪਸ ਵਿੱਚ ਇਹ ਸਦਾ ਤੋਂ ਜੰਗ ਰਹੀ ਕਿ ਸੱਚ ਰੂਪੀ ਸੂਰਜ ਦੇ ਨਾਲ ਹਨੇਰਾ ਹਮੇਸ਼ਾ ਹੀ ਟਕਰਾਉਂਦਾ ਰਿਹਾ। ਧੰਨ ਗੁਰੂ ਅੰਗਦ ਸਾਹਿਬ ਮਹਾਰਾਜ ਦਾ ਸਮਾਂ ਆਇਆ ਤੇ ਕਦੇ ਬਾਬਰ ਦੇ ਪੁੱਤਰ ਹਮਾਯੂ ਨੇ ਇਸ ਸੱਚ ਦੇ ਵਿਰੋਧ ਵਿੱਚ ਤਲਵਾਰ ਤਾਣੀ ਔਰ ਸਤਿਗੁਰਾਂ ਫੇਰ ਵੀ ਚਮਕਦੀ ਹੋਈ ਸੂਰਜ ਦੀ ਉਸ ਤਿੱਖੀ ਰੋਸ਼ਨੀ ਦੀ ਕਿਰਨਾਂ ਦੀ ਤਰ੍ਹਾਂ ਸੱਚ ਦੀ ਆਵਾਜ਼ ਕਹੀ, ਹਮਾਯੂ
ਜਿੱਥੇ ਤੇਰੀ ਤਲਵਾਰ ਚੁੱਕਣ ਦਾ ਸਮਾਂ ਸੀ, ਉੱਥੋਂ ਕਾਇਰਾਂ ਦੀ ਤਰ੍ਹਾਂ ਪਿੱਠ ਘੁਮਾ ਕੇ ਘੁੰਮ ਆਇਆ, ਉੱਥੋਂ ਕਾਇਰਾਂ ਦੀ ਤਰ੍ਹਾਂ ਪਿੱਠ ਵਿਖਾ ਕੇ ਵਾਪਸ ਆ ਗਿਆ। ਸਾਧੂਆਂ ਉੱਤੇ ਤਲਵਾਰ ਤਾਨਣ ਦਾ ਕੀ ਲਾਭ ਹੈ। ਇਸ ਸੱਚ ਤੋਂ ਬਾਅਦ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦਾ ਸਮਾਂ ਆਇਆ। ਉੱਧਰ ਦੂਸਰੇ ਪਾਸੇ ਬਾਬਰ ਤੋਂ ਬਾਅਦ ਹਿੰਦੁਸਤਾਨ ਦੇ ਤਖਤ ਦਾ ਮਾਲਕ ਅਕਬਰ ਬਣਿਆ। 49 ਵਰ੍ਹੇ ਇਹਨੇ ਦਿੱਲੀ ਦੇ ਤਖਤ ਤੇ ਰਾਜ ਕੀਤਾ, ਪਰ ਧਰਮ ਦੀ ਆੜ ਵਿੱਚ ਇਹ ਸਤਿਗੁਰੂ ਗੁਰੂ ਨਾਨਕ ਦੇ ਘਰ ਨਾਲ ਪ੍ਰੇਮ ਵਿੱਚ ਜੁੜਿਆ ਰਿਹਾ। ਗੁਰੂ ਅਮਰਦਾਸ ਮਹਾਰਾਜ ਜੀ ਦੇ ਚਰਨਾਂ ਵਿੱਚ ਆ ਕੇ ਸੀਸ ਝੁਕਾਇਆ ਔਰ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਦੇ ਚਰਨਾਂ ਵਿੱਚੋਂ ਸੱਚ ਦਾ ਉਪਦੇਸ਼ ਇਸ ਨੇ ਪ੍ਰਾਪਤ ਕੀਤਾ। ਇਹੀ ਅਕਬਰ ਬਾਦਸ਼ਾਹ, ਜਿਹਨੂੰ ਜਦੋਂ ਗੁਰੂ ਨਾਨਕ ਦੇ ਘਰੋਂ ਸੱਚ ਦੇ ਚਾਨਣ ਦਾ ਪ੍ਰਕਾਸ਼ ਮਹਿਸੂਸ ਹੋਇਆ, ਇਹ ਆਵਾਜ਼ ਹਿਰਦੇ ਦੇ ਕੰਨਾਂ ਵਿੱਚ ਜਾ ਵਸੀ ਕਿ ਦੱਖਣ ਦੇਸ਼ ਹਰੀ ਕਾ ਵਾਸਾ, ਪੱਛਮ ਅੱਲੇ ਮੁਕਾਮਾ। ਪਰ ਸਤਿਗੁਰਾਂ ਉਪਦੇਸ਼ ਦਿੱਤਾ, ਦਿਲ ਮੈਂ ਖੋਜ ਦਿਲੇ ਦਿਲ ਖੋਜੋ, ਇਹੀ ਠੌਰ ਮੁਕਾਮਾ। ਸੱਚ ਦੇ ਗਿਆਨ ਦਾ ਅੰਦਰ ਪ੍ਰਕਾਸ਼ ਹੋਇਆ। 49 ਵਰ੍ਹੇ ਰਾਜ ਕਰਨ ਤੋਂ ਬਾਅਦ ਜਦੋਂ ਇਹ ਅਕਬਰ ਬਾਦਸ਼ਾਹ ਇਸ ਸੰਸਾਰ ਸ੍ਰਿਸ਼ਟੀ ਤੋਂ ਚਲਾਣਾ ਕਰਨ ਲੱਗਾ, ਇਹਨੇ ਆਪਣੇ ਇੱਕ ਆਖਰੀ ਬਿਆਨ ਵਿੱਚ ਇਹ ਗੱਲ ਲਿਖ ਕੇ ਆਪਣੇ ਅਹਿਲਕਾਰਾਂ ਦੇ ਸਪੁਰਦ ਕੀਤੀ ਕਿ ਮੇਰੇ ਮਰਨ ਤੋਂ ਬਾਅਦ ਮੁਸਲਮਾਨੀ ਰੀਤ ਦੇ ਤਹਿਤ ਜੋ ਮੁਸਲਮਾਨ ਸਰੀਰ ਤਿਆਗੇ, ਉਹਦੇ ਮਰਨ ਤੋਂ ਬਾਅਦ ਉਹਦੇ ਪੈਰ ਪੂਰਬ ਵੱਲ ਤੇ ਸਿਰ ਪੱਛਮ ਵੱਲ ਰੱਖਿਆ ਜਾਂਦਾ ਹੈ। ਪਰ ਅਕਬਰ ਨੇ ਇਹ ਗੱਲ ਲਿਖਤੀ ਰੂਪ ਵਿੱਚ ਲਿਖ ਦਿੱਤੀ ਕਿ ਮੇਰੇ ਮਰਨ ਤੋਂ ਬਾਅਦ ਜਦੋਂ ਮੇਰੇ ਸਰੀਰ ਨੂੰ ਕਬਰ ਵਿੱਚ ਦਫਨਾਇਆ ਜਾਵੇ ਤਾਂ ਸਿਰ ਪੂਰਬ ਦਿਸ਼ਾ ਵੱਲ ਹੋਵੇ ਤੇ ਪੈਰ ਪੱਛਮ ਵੱਲ ਹੋਣ, ਤਾਂ ਜੋ ਸੱਚ ਦੇ ਗਿਆਨ ਸੰਸਾਰ ਨੂੰ ਇਹ ਗੱਲ ਦੱਸੀ ਜਾ ਸਕੇ, ਦੁਨੀਆ ਦੇ ਲੋਕੋ, ਰੱਬ ਕਿਸੇ ਖਾਸ ਦਿਸ਼ਾ ਵਿੱਚ, ਰੱਬ ਕਿਸੇ ਖਾਸ ਪਹਿਰਾਵੇ ਵਿੱਚ, ਰੱਬ ਕਿਸੇ ਖਾਸ ਰੂਪ ਵਿੱਚ ਨਹੀਂ ਬੈਠਾ। ਉਹ ਸਭਨਾ ਰੰਗਾਂ ਵਿੱਚ ਰਮਿਆ ਹੋਇਆ, ਸਗਲ ਬਨਸਪਤ ਮਹਿ ਬੈ ਸੰਤਰ, ਸਗਲ ਦੂਧ ਮੈਂ ਘੀਆ, ਊਚ ਨੀਚ ਮੈਂ ਜੋਤ ਸਮਾਣੀ, ਘਟ ਘਟ ਮਾਧੋ ਜੀਆ। ਇਹ ਗਿਆਨ ਅਕਬਰ ਨੂੰ ਕਿੱਥੋਂ ਮਿਲਿਆ? ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੇ ਦਰਬਾਰ ਵਿੱਚੋਂ ਜਦੋਂ ਇਹ ਆਵਾਜ਼ ਕੰਨੀ ਪਈ ਕਿ ਦੱਖਣ ਦੇਸ਼ ਹਰੀ ਕਾ ਵਾਸਾ, ਪੱਛਮ ਅੱਲੇ ਮੁਕਾਮਾ। ਪਰ ਹਕੀਕਤ ਇਹ ਵੇ ਕਿ ਦਿਲ ਮੈਂ ਖੋਜ ਦਿਲੇ ਦਿਲ ਖੋਜੋ, ਇਹੀ ਠੌਰ ਮੁਕਾਮਾ। ਜਦੋਂ ਇਹ ਗੱਲ ਸਮਝ ਪਈ ਕਿ ਅੱਬਲ ਅੱਲਾ ਨੂਰ ਉਪਾਇਆ, ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ। ਉਦਣ ਮਨ ਦੀ ਅਗਿਆਨਤਾ ਦਾ ਹਨੇਰਾ ਸਦਾ ਵਾਸਤੇ ਆਲੋਪ ਹੋ ਗਿਆ। ਪਰ ਅਫਸੋਸ, ਇਹ ਗੱਲ ਦੰਭੀ ਪਖੰਡੀ ਤੇ ਮੁਤਸਵੀ ਲੋਕਾਂ ਨੂੰ ਅੰਦਰ ਜਰਨ ਤੋਂ ਬਾਹਰ ਸੀ। ਉਹਨਾਂ ਦੀ ਜਰਨ ਸ਼ਕਤੀ ਘੱਟ ਹੋਣ ਦੇ ਕਾਰਨ ਸੱਚ ਨੂੰ ਜਰ ਨਾ ਸਕੇ। ਇਹੋ ਗੱਲਾਂ ਸੁਣਨ ਤੇ ਪੜ੍ਹਨ ਤੋਂ ਬਾਅਦ ਉਹ ਵੱਡੇ ਵੱਡੇ ਮੁਤਸਵੀ ਲੋਕ ਗੁਰੂ ਨਾਨਕ ਦੇ ਘਰ ਦੇ ਬੈਰੀ ਹੋ ਗਏ। ਅਕਬਰ ਬਾਦਸ਼ਾਹ ਰਾਨੀ ਫਕੀਰ ਵਾਕੀ ਬਿੱਲਾ ਦਾ ਉਹਦਾ ਸ਼ਰਧਾਲੂ ਸੀ, ਆਪਸ ਵਿੱਚ ਪ੍ਰੇਮ ਪਿਆਰ ਸੀ ਤੇ ਬਾਕੀ ਬਿੱਲੇ ਨੇ ਆਪਣਾ ਇੱਕ ਖਾਸ ਬੰਦਾ ਅਕਬਰ ਬਾਦਸ਼ਾਹ ਦੇ ਦਰਬਾਰ ਵਿੱਚ ਮਿਨਿਸਟਰੀ ਦੇ ਅਹੁਦੇ ਤੇ ਰਖਵਾਇਆ। ਉਹਦਾ ਨਾਮ ਇਤਿਹਾਸ ਵਿੱਚ ਸ਼ੇਖ ਅਹਿਮਦ ਸਰਹੰਦੀ ਆਇਆ। ਇਸ ਲਈ ਰਖਵਾਇਆ ਗਿਆ ਕਿ ਅੰਦਰ ਖਾਤੇ ਅਕਬਰ ਬਾਦਸ਼ਾਹ ਦੀ ਵਿਚਾਰਧਾਰਾ ਬਦਲੀ ਜਾਏ। ਜੇ ਅਕਬਰ ਬਾਦਸ਼ਾਹ ਦੀ ਵਿਚਾਰਧਾਰਾ ਨਾ ਬਦਲੀ ਤੇ ਜਿਨ੍ਹਾਂ ਲੋਕਾਂ ਨਾਲ ਅਕਬਰ ਬਾਦਸ਼ਾਹ ਦਾ ਸਨੇਹ ਹੈ, ਉਹ ਸੱਚ ਦਾ ਗਿਆਨ ਦੇਣ ਵਾਲੇ ਲੋਕਾਂ ਨੂੰ ਇਸ ਸੰਸਾਰ ਸ੍ਰਿਸ਼ਟੀ ਤੋਂ ਕਿਸੇ ਨਾ ਕਿਸੇ ਤਰੀਕੇ ਵੱਖ ਕੀਤਾ ਜਾਵੇ। ਸ਼ੁਰੂ ਤੋਂ ਸੂਰਜ ਤੇ ਅੰਧਕਾਰ ਦਾ ਆਪਸ ਵਿੱਚ ਵੈਰ ਰਿਹਾ। ਸ਼ੇਖ ਅਹਿਮਦ ਸਰਹੰਦੀ ਆਪਣੇ ਰਾਜ ਕਾਲ ਮਿਨਿਸਟਰੀ ਅਹੁਦੇ ਦੇ ਸਮੇਂ ਦੌਰਾਨ ਇਹ ਭਰਪੂਰ ਕੋਸ਼ਿਸ਼ ਕਰਦਾ ਰਿਹਾ ਕਿ ਅਕਬਰ ਬਾਦਸ਼ਾਹ ਨੂੰ ਇਸਲਾਮ ਦੇ ਪ੍ਰਚਾਰ ਵਾਸਤੇ, ਵਾਧੇ ਵਾਸਤੇ ਕਿਸੇ ਨਾ ਕਿਸੇ ਤਰੀਕੇ ਪ੍ਰੇਰਿਤ ਕੀਤਾ ਜਾ ਸਕੇ। ਪਰ ਗੁਰੂ ਨਾਨਕ ਦੇ ਘਰ ਦੇ ਬੋਲ ਅਕਬਰ ਬਾਦਸ਼ਾਹ ਦੇ ਹਿਰਦੇ ਵਿੱਚ ਘਰ ਕਰ ਚੁੱਕੇ ਸਨ। ਇਸ ਲਈ ਉਹਨੇ ਕਿਸੇ ਵੀ ਧਰਮ ਦਾ ਵਿਰੋਧ ਤੇ ਵੈਰ ਨਾ ਕੀਤਾ। ਤੇ ਉਧਰ ਸ਼ੇਖ ਅਹਿਮਦ ਸਰਹੰਦੀ ਇਹ ਸਾਰੀ ਦੀ ਸਾਰੀ ਗੱਲ ਆਪਣੇ ਗੁਰੂ ਫਕੀਰ ਬਾਕੀ ਬਿੱਲਾ ਨੂੰ ਦਿੰਦਾ ਰਿਹਾ। ਅੰਦਰ ਖਾਤੇ ਸਿਆਸਤ ਹੋਈ। 49 ਵਰ੍ਹਿਆਂ ਦੇ ਰਾਜ ਤੋਂ ਬਾਅਦ ਇੱਕ ਦਿਨ ਉਹ ਆਇਆ ਜਿੱਦਣ ਇਸ ਘਰ ਦੀ ਕਮਜ਼ੋਰੀ ਲੱਭ ਕੇ ਬਾਕੀ ਬਿੱਲਾ, ਸ਼ੇਖ ਅਹਿਮਦ ਸਰਹੰਦੀ, ਮੁਰਤਜ਼ਾ ਖਾਨ ਤੇ ਚੰਦੂ ਵਰਗੇ ਦੀਵਾਨ ਦੇ ਅਹੁਦੇ ਤੇ ਬੈਠੇ ਬੰਦਿਆਂ ਨੇ ਇੱਕ ਅਤਿਅੰਤ ਸ਼ਰਾਬੀ ਬੰਦਾ, ਵਿਕਾਰੀ ਤੇ ਕਵਾਬੀ ਬੰਦਾ
ਜਿਹੜਾ ਅਕਬਰ ਬਾਦਸ਼ਾਹ ਦਾ ਪੁੱਤਰ ਸੀ, ਉਸ ਜਹਾਂਗੀਰ ਨੂੰ ਰਾਜ ਭਾਗ ਦਾ ਲਾਲਚ ਦਿੱਤਾ ਤੇ ਅੰਦਰ ਖਾਤੇ ਅਕਬਰ ਬਾਦਸ਼ਾਹ ਨੂੰ ਖਾਣੇ ਵਿੱਚ ਥੋੜੀ ਥੋੜੀ ਜ਼ਹਿਰ ਦਿੰਦੇ ਰਹੇ। 49 ਵਰ੍ਹਿਆਂ ਬਾਅਦ ਜਦੋਂ ਇਹ ਗੱਲ ਦਿਸੀ ਕਿ ਹੁਣ ਅਕਬਰ ਸਰੀਰ ਕਰਕੇ ਕਮਜ਼ੋਰ ਹੋ ਗਿਆ, ਇਹਨਾਂ ਨੇ ਉਸੇ ਵਕਤ ਬਾਦਸ਼ਾਹ ਜਹਾਂਗੀਰ ਨੂੰ ਅਕਬਰ ਬਾਦਸ਼ਾਹ ਦੇ ਥਾਂ ਉੱਤੇ ਹਿੰਦੁਸਤਾਨ ਦੇ ਦਿੱਲੀ ਦੇ ਤਖਤ ਦਾ ਬਾਦਸ਼ਾਹ ਐਲਾਨ ਕੀਤਾ। ਤਖਤ ਤੇ ਬਹਿੰਦਿਆਂ ਸਾਰ ਅਕਬਰ ਬਾਦਸ਼ਾਹ ਦੀ ਉਹਨਾਂ ਦਿਨਾਂ ਵਿੱਚ ਮੌਤ ਹੋਈ ਤੇ ਹਿੰਦੁਸਤਾਨ ਦੇ ਤਖਤ ਦਾ ਮਾਲਕ ਜਦੋਂ ਜਹਾਂਗੀਰ ਬਣਿਆ, ਇਹ ਸ਼ਹਿਜ਼ਾਦਾ ਸਲੀਮ, ਅਸਲ ਵਿੱਚ ਇਹਦਾ ਨਾਮ ਸ਼ਹਿਜ਼ਾਦਾ ਸਲੀਮ ਸੀ। ਤਖਤ ਤੇ ਬਹਿੰਦਿਆਂ ਸਾਰ ਇਸ ਅਭਿਮਾਨੀ ਬੰਦੇ ਨੇ ਆਪਣਾ ਨਾਮ ਬਦਲਿਆ, ਨਾਮ ਰੱਖਿਆ ਜਹਾਂਗੀਰ। ਪੂਰਾ ਜਹਾਨ ਅੱਜ ਤੋਂ ਬਾਅਦ ਮੇਰੀ ਮੁੱਠੀ ਵਿੱਚ ਹੋਏਗਾ। ਜਹਾਂ ਦਾ ਅਰਥ ਜਹਾਨ, ਗੀਰ ਦਾ ਅਰਥ ਮੁੱਠੀ। ਅਹੰਕਾਰੀ, ਸ਼ਰਾਬੀ, ਕਵਾਬੀ ਤੇ ਬਿਕਾਰੀ ਇਸ ਬੰਦੇ ਨੂੰ ਸ਼ੇਖ ਅਹਿਮਦ ਸਰਹੰਦੀ, ਰਾਨੀ ਫਕੀਰ ਬਾਕੀ ਬਿੱਲਾ, ਮੁਰਤਜ਼ਾ ਖਾਨ ਵਰਗੇ ਬੰਦਿਆਂ ਨੇ ਮੋਹਰਾ ਬਣਾ ਕੇ ਵਰਤਣਾ ਸ਼ੁਰੂ ਕੀਤਾ ਤੇ ਤਖਤ ਤੇ ਬਿਠਾਉਣ ਤੋਂ ਪਹਿਲਾਂ ਆਪਸ ਵਿੱਚ ਇਹ ਗੱਲ ਹੋਈ, ਸ਼ਹਿਜ਼ਾਦਾ ਸਲੀਮ, ਤੇਰਾ ਪਿਓ ਤੈਨੂੰ ਹਿੰਦੁਸਤਾਨ ਦਾ ਬਾਦਸ਼ਾਹ ਨਹੀਂ ਬਣਾਉਣਾ ਚਾਹੁੰਦਾ, ਇਹ ਤਖਤ ਤੇਰੇ ਪੁੱਤਰ ਨੂੰ ਦੇਣਾ ਚਾਹੁੰਦਾ ਹੈ। ਅਸੀਂ ਤੈਨੂੰ ਹਿੰਦੁਸਤਾਨ ਦਾ ਬਾਦਸ਼ਾਹ ਬਣਾਵਾਂਗੇ, ਪਰ ਸ਼ਰਤ ਇੱਕ ਹੈ ਕਿ ਪੰਜਾਬ ਦੀ ਧਰਤੀ ਤੇ ਸੱਚ ਦਾ ਉਪਦੇਸ਼ ਦੇਣ ਵਾਲੇ ਧੰਨ ਗੁਰੂ ਅਰਜਨ ਦੇਵ ਮਹਾਰਾਜ, ਜਿਨ੍ਹਾਂ ਨੇ ਕਈ ਹਿੰਦੂ ਹੀ ਨਹੀਂ ਬਲਕਿ ਮੁਸਲਮਾਨਾਂ ਨੂੰ ਵੀ ਆਪਣੇ ਪ੍ਰੇਮ ਵਿੱਚ ਬੰਨ੍ਹ ਕੇ ਆਪਣੇ ਧਰਮ ਵਿੱਚ ਬਦਲ ਲਿਆ, ਤੇ ਅਸੀਂ ਚਾਹੁੰਦੇ ਹਾਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਵਰਗੇ ਸੱਚ ਦੇ ਸੂਰਜ ਨੂੰ ਹਿੰਦੁਸਤਾਨ ਦੇ ਤਖਤ ਤੇ ਬਹਿੰਦਿਆਂ ਸਾਰ ਸਭ ਤੋਂ ਪਹਿਲਾਂ ਤੂੰ ਮਿਟਾ ਦੇ, ਫਿਰ ਅਸੀਂ ਤੈਨੂੰ ਹਿੰਦੁਸਤਾਨ ਦੇ ਤਖਤ ਦਾ ਰਾਜਾ ਇਸ ਲਈ ਬਣਾਵਾਂਗੇ। ਆਪਸ ਵਿੱਚ ਗੱਲ ਹੋਈ। ਹਿੰਦੁਸਤਾਨ ਦੇ ਤਖਤ ਦਾ ਮਾਲਕ ਸ਼ਹਿਜ਼ਾਦਾ ਸਲੀਮ ਉਰਫ ਜਹਾਂਗੀਰ ਬਣਿਆ। ਇਹਦੇ ਤਖਤ ਤੇ ਬਹਿਣ ਤੋਂ ਬਾਅਦ ਪੂਰੇ 6.5 ਮਹੀਨਿਆਂ ਬਾਅਦ ਜਦੋਂ ਇਹ ਤਖਤ ਤੇ ਬੈਠਾ, ਉਦੋਂ 27 ਅਕਤੂਬਰ ਸਨ 1605 ਈਸਵੀ ਦਾ ਦਿਨ ਸੀ, ਪਰ ਪੂਰੇ 6.5 ਮਹੀਨਿਆਂ ਬਾਅਦ 22 ਮਈ ਸਨ 1606 ਨੂੰ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਗ੍ਰਿਫਤਾਰੀ ਦਾ ਹੁਕਮ ਹੋਇਆ। ਹਿੰਦੁਸਤਾਨ ਦਾ ਬਾਦਸ਼ਾਹ ਇਹ ਜਹਾਂਗੀਰ ਦਿੱਲੀ ਤੋਂ ਚੱਲ ਕੇ ਲਾਹੌਰ ਅੱਪੜਿਆ। ਲਾਹੌਰ ਪਹੁੰਚਦਿਆਂ ਸਾਰ ਇਹਨੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਗ੍ਰਿਫਤਾਰ ਕਰਨ ਦਾ ਹੁਕਮ ਦਿੱਤਾ। ਸ਼ੇਖ ਅਹਿਮਦ ਸਰਹੰਦੀ ਵਰਗੇ ਮੰਤਰੀ ਦੇ ਕਹਿਣ ਉੱਤੇ ਉਦੋਂ ਜਾਣ ਬੁੱਝ ਕੇ ਉਹਨਾਂ ਦਿਨਾਂ ਵਿੱਚ ਲਾਹੌਰ ਦਾ ਸੂਬੇਦਾਰ ਮੁਰਤਜ਼ਾ ਖਾਨ ਲਾਇਆ ਗਿਆ। ਸੂਬੇਦਾਰ ਲਾਉਣ ਉੱਤੇ ਵੀ ਉਹਨੂੰ ਇੱਕ ਸ਼ਰਤ ਰੱਖੀ ਗਈ, ਤੈਨੂੰ ਮੈਂ ਬਾਦਸ਼ਾਹ ਜਹਾਂਗੀਰ ਤੋਂ ਸੂਬੇਦਾਰ ਬਣਵਾ ਦਾਂਗਾ, ਪਰ ਇਹ ਸੱਚ ਹੈ ਤੈਨੂੰ ਉਸ ਗੱਦੀ ਤੇ ਬੈਠਣ ਤੋਂ ਬਾਅਦ ਪਹਿਲਾ ਕੰਮ ਇਹ ਕਰਨਾ ਪਏਗਾ ਕਿ ਜਿਵੇਂ ਕਿਵੇਂ ਹੋਵੇ ਵਿਆਸਾ ਦਰਿਆ ਦੇ ਕੰਢੇ ਬਸਣ ਵਾਲੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਸੱਚ ਵਾਲੇ ਇਸ ਸੂਰਜ ਨੂੰ ਤੂੰ ਮਿਟਾਉਣਾ। ਮੁਰਤਜ਼ਾ ਖਾਨ ਗ੍ਰਿਫਤਾਰ ਕਰਨ ਵਾਸਤੇ ਅੰਮ੍ਰਿਤਸਰ ਪਹੁੰਚਿਆ। ਸਾਰੀਆਂ ਖਬਰਾਂ ਪਹਿਲਾਂ ਹੀ ਗੁਰੂ ਅਰਜਨ ਦੇਵ ਮਹਾਰਾਜ ਨੂੰ ਪਹੁੰਚ ਚੁੱਕੀਆਂ ਸਨ। ਧੰਨ ਗੁਰੂ ਅਰਜਨ ਦੇਵ ਮਹਾਰਾਜ, ਜਿਨ੍ਹਾਂ ਦੇ ਸੁਭਾਅ ਦੀ ਗੱਲ ਭੱਟ ਸਾਹਿਬਾਨ ਆਪਣੀ ਪਵਿੱਤਰ ਬਾਣੀ ਵਿੱਚ ਕਰਦੇ ਨੇ ਕਿ ਧਰਮ ਧੀਰ ਗੁਰਮਤਿ ਗੰਭੀਰ ਪਰ ਦੁੱਖ ਵਿਸਾਰਨ, ਗੁਰੂ ਅਰਜਨ ਦੇਵ ਮਹਾਰਾਜ ਇੰਨੇ ਧੀਰਜ ਵਿੱਚ ਟਿਕੇ ਹੋਏ ਨੇ ਕਿ ਉਸ ਧੀਰਜ ਨੂੰ ਅੱਜ ਤੱਕ ਕੋਈ ਖਤਮ ਨਹੀਂ ਕਰ ਸਕਦਾ। ਸਤਿਗੁਰਾਂ ਦੇ ਅੰਦਰ ਉਹ ਸਹਿਜ ਹੈ, ਚੰਦਰਮੇ ਵਰਗੀ ਉਹ ਠੰਡਕ ਹੈ ਕਿ ਭਾਵੇਂ ਇੱਕ ਜਹਾਂਗੀਰ ਤੇ ਕੀ ਲੱਖਾਂ ਜਹਾਂਗੀਰ ਵੀ ਗੁਰੂ ਅਰਜਨ ਸਾਹਿਬ ਦੀ ਸ਼ਾਂਤੀ ਨੂੰ ਮਿਟਾਉਣਾ ਚਾਹੁਣ, ਸਾਰੀ ਸ੍ਰਿਸ਼ਟੀ ਨੂੰ ਸ਼ਾਂਤੀ ਵੰਡਣ ਵਾਲੇ ਗੁਰੂ ਅਰਜਨ ਸਾਹਿਬ ਮਹਾਰਾਜ ਦੀ ਸ਼ਾਂਤੀ ਕੋਈ ਵੀ ਹਿੰਦੁਸਤਾਨ ਦਾ ਬਾਦਸ਼ਾਹ ਭਾਵੇਂ ਅਤਿਅੰਤ ਤਾਕਤਵਰ ਹੋਵੇ ਖਤਮ ਨਹੀਂ ਕਰ ਸਕੇਗਾ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਉਸ ਚੰਦਨ ਦੀ ਨਿਆਈ ਹਨ, ਜਿਨ੍ਹਾਂ ਨੂੰ ਸਾਹਿਬ ਬਾਣੀ ਅੰਦਰ ਕਹਿੰਦੇ ਨੇ ਕਬੀਰ ਸੰਤ ਨ ਛਾਡੈ ਸੰਤਈ, ਜੋ ਕੋਟਿਕ ਮਿਲੈ ਅਸੰਤ, ਮਿਲਿਆ ਗੁਰ ਭੁਜੰਗਮ ਬੇਡਿਓ, ਤਾਂ ਸੀਤਲਤਾ ਨਾ ਤਜੰਤ। ਚੰਦਨ ਦੇ ਨਾਲ ਜੁੜੇ ਹੋਏ ਉਹ ਸੱਪ ਭਾਵੇਂ ਅਤਿਅੰਤ ਜ਼ਹਿਰ ਨਾਲ ਭਰੇ ਹੋਏ ਨੇ, ਪਰ ਚੰਦਨ ਦੀ ਠੰਡਕ ਉੱਤੇ ਕੋਈ ਅਸਰ ਨਹੀਂ। ਚੰਦਨ ਕਦੇ ਆਪਣਾ ਸੁਭਾਅ ਨਹੀਂ ਬਦਲਦਾ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸਹਿਜ ਗਹਿਰ ਗੰਭੀਰ ਤੇ ਸ਼ਾਂਤੀ ਵਿੱਚ ਟਿਕੇ ਹੋਏ, ਸੰਸਾਰ ਨੂੰ ਸ਼ਾਂਤੀ ਵੰਡਣ ਵਾਲੇ, ਦੁਨੀਆ ਦੀ ਕੋਈ ਤਾਕਤ ਉਹਨਾਂ ਦੀ ਸ਼ਾਂਤੀ ਨੂੰ ਭੰਗ ਨਹੀਂ ਕਰ ਸਕਦੀ। ਇਤਿਹਾਸ ਵਿੱਚ ਇਹ ਘਟਨਾ ਪਹਿਲਾਂ ਵੀ ਘਟੀ। ਜਦੋਂ ਗੁਰੂ ਅਰਜਨ ਦੇਵ ਮਹਾਰਾਜ ਨੂੰ
ਉਹਨਾਂ ਦੇ ਸਕੇ ਭਰਾ ਬਾਬਾ ਪ੍ਰਿਥੀ ਚੰਦ ਦੇ ਘਰੋਂ ਮਾਤਾ ਕਰਮੋਂ ਨੇ ਤਪਾਉਣ ਦਾ ਯਤਨ ਕੀਤਾ। ਅਸੀਂ ਵਾਰ-ਵਾਰ ਗੁਰੂ ਅਰਜਨ ਸਾਹਿਬ ਮਹਾਰਾਜ ਨੂੰ ਤਪਾਉਂਦੇ ਹਾਂ, ਪਰ ਸਤਿਗੁਰੂ ਕਦੇ ਕ੍ਰੋਧ ਵਿੱਚ ਨਹੀਂ ਆਉਂਦੇ। ਇੱਕ ਦਿਨ ਤਪੀ ਹੋਈ ਕਰਮੋਂ ਨੇ ਗੁਰੂ ਅਰਜਨ ਦੇਵ ਮਹਾਰਾਜ ਨੂੰ ਤਪਾਉਣ ਵਾਸਤੇ ਹਜ਼ੂਰ ਜਦੋਂ ਉਸ ਗਲੀ ਵਿੱਚੋਂ ਗੁਜ਼ਰੇ ਜਿੱਥੇ ਅੱਜ ਤੁਸੀਂ ਦਰਸ਼ਨ ਕਰਦੇ ਹੋ ਸਾਧ ਸੰਗਤ, ਸ਼੍ਰੀ ਅਕਾਲ ਤਖਤ ਸਾਹਿਬ ਦੇ ਪਿਛਲੇ ਪਾਸੇ ਇੱਕ ਗੁਰਦੁਆਰਾ ਸੁਸ਼ੋਭਿਤ ਹੈ ਜਿਸ ਦਾ ਨਾਮ ਗੁਰਦੁਆਰਾ ਸ੍ਰੀ ਗੁਰੂ ਕੇ ਮਹਿਲ ਹੈ। ਇੱਥੇ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦਾ ਪਰਿਵਾਰ, ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਪਰਿਵਾਰ ਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਪਰਿਵਾਰ ਇਸ ਜਗ੍ਹਾ ਤੇ ਰਹਿੰਦਾ ਰਿਹਾ। ਇਸ ਲਈ ਇਸ ਗੁਰਦੁਆਰੇ ਦਾ ਨਾਮ ਅੱਜ ਸਿੱਖ ਬੜੇ ਅਦਬ ਸਤਿਕਾਰ ਨਾਲ ਸੀਸ ਝੁਕਾਉਂਦੇ ਹਨ, ਗੁਰਦੁਆਰਾ ਗੁਰੂ ਕੇ ਮਹਿਲ। ਇੱਥੋਂ ਸਤਿਗੁਰਾਂ ਹਰ ਰੋਜ਼ ਚੱਲ ਕੇ ਸ੍ਰੀ ਹਰਿਮੰਦਰ ਸਾਹਿਬ ਆਉਣਾ। ਕਰਮੋਂ ਦੇ ਮਨ ਵਿੱਚ ਇੱਕ ਈਰਖਾ ਜਾਗੀ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਸਿੱਖਾਂ ਵਿੱਚ ਇੰਨਾ ਮਾਣ ਪ੍ਰਾਪਤ ਕਰਦੇ ਨੇ, ਹੋਵੇ ਨਾ ਕਿਸੇ ਤਰ੍ਹਾਂ ਮੈਂ ਕੋਈ ਗਲਤੀ ਕਰਾਂ, ਇਹ ਅੱਗੋਂ ਜਵਾਬ ਦੇ ਕੇ ਬੋਲਣ ਤੇ ਮੈਂ ਭਰੇ ਬਾਜ਼ਾਰ ਵਿੱਚ ਇਹਨਾਂ ਦੀ ਨਰਾਦਰੀ ਕਰਾਂਗੀ। ਪਰ ਕੌਣ ਦੱਸੇ ਕਰਮੋਂ, ਜਿਹੜੇ ਗੁਰੂ ਅਰਜਨ ਸਾਹਿਬ ਨੂੰ ਤੂੰ ਤਪਾਉਣਾ ਚਾਹੁੰਦੀ ਹੈ ਉਹ ਕਦੇ ਤਪ ਨਹੀਂ ਸਕਦੇ। ਉਹਨਾਂ ਦੀ ਰਸਨਾ ਤੋਂ ਸਦਾ ਹੀ ਬੋਲ ਨਿਕਲਦੇ ਨੇ। ਦੁਨੀਆ ਦੇ ਲੋਕੋ, ਸਹਿਜ ਵਿੱਚ ਟਿਕੇ ਹੋਏ, ਸੱਤ ਵਿੱਚ ਟਿਕੇ ਹੋਏ ਉਹਦੇ ਸੁਭਾਅ ਨੂੰ ਕਦੇ ਬਦਲਿਆ ਨਹੀਂ ਜਾ ਸਕਦਾ। ਜਿਹੜਾ ਗੁਰੂ ਖੁਦ ਬਲਿਹਾਰੀ ਗੁਰ ਆਪਣੇ ਦਿਵਹਾੜੀ ਸਦਬਾਰ, ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨ ਲਾਗੀ ਬਾਰ। ਉਸ ਜੋਤ ਵਿੱਚ ਚੱਲ ਰਹੇ ਹੋਣ ਉਸ ਗੁਰੂ ਨੂੰ ਸੰਸਾਰੀ ਲੋਕ ਤਪਾ ਨਹੀਂ ਸਕਦੇ। ਕਰਮੋਂ ਨੇ ਕੀਤਾ ਕੀ, ਹਜ਼ੂਰ ਗਲੀ ਵਿੱਚੋਂ ਗੁਜ਼ਰੇ, ਇਹਨੇ ਭਰਿਆ ਹੋਇਆ ਕੂੜੇ ਦਾ ਇੱਕ ਟੋਕਰਾ ਹਜ਼ੂਰ ਦੇ ਸੀਸ ਵਿੱਚ ਸੁੱਟ ਦਿੱਤਾ। ਧੰਨ ਗੁਰੂ ਅਰਜਨ ਦੇਵ ਮਹਾਰਾਜ ਧੰਨ ਗੁਰੂ ਰਾਮਦਾਸ ਕਹਿ ਕੇ ਘਰ ਵਾਪਸ ਪਰਤ ਗਏ। ਜਾ ਕੇ ਇਸ਼ਨਾਨ ਕੀਤਾ, ਵਸਤਰ ਬਦਲੇ, ਫਿਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਆਏ। ਅੱਜ ਆਉਂਦਿਆਂ ਨੂੰ ਭੋਗ ਪੈ ਚੁੱਕਾ ਸੀ। ਕਈਆਂ ਸਿੱਖਾਂ ਪੁੱਛਿਆ, ਮਹਾਰਾਜ ਅੱਜ ਤੁਸੀਂ ਦੇਰੀ ਲਾ ਦਿੱਤੀ। ਸਾਹਿਬ ਨੇ ਕੋਈ ਜਵਾਬ ਨਾ ਦਿੱਤਾ। ਅਗਲੇ ਦਿਨ ਅੰਮ੍ਰਿਤ ਵੇਲਾ ਹੋਇਆ, ਪਰ ਉਹ 24 ਘੰਟੇ ਗੁਰੂ ਅਰਜਨ ਸਾਹਿਬ ਮਹਾਰਾਜ ਤਾਂ ਸ਼ਾਂਤੀ ਵਿੱਚ ਟਿਕੇ ਰਹੇ। ਕਰਮੋਂ ਦੇ ਅੰਦਰ ਇੰਨੀ ਤਪਸ਼ ਪੈਦਾ ਹੋਈ ਜਿਵੇਂ ਸੱਪ ਦੀ ਜ਼ਹਿਰ ਉਸ ਨੂੰ ਖੁਦ ਤੰਗ ਕਰੇ ਤੇ ਉਹ ਬਾਰ-ਬਾਰ ਪੱਥਰ ਉੱਤੇ ਸਿਰੀ ਮਾਰ ਕੇ ਆਪਣੀ ਜ਼ਹਿਰ ਕੱਢਦਾ। ਐ ਕਰਮੋਂ ਅੰਦਰ ਕ੍ਰੋਧ ਨਾਲ ਤਪਦੀ ਰਹੀ ਤੇ ਜਦੋਂ 24 ਘੰਟੇ ਗੁਜ਼ਰ ਗਏ, ਅਗਲੇ ਦਿਨ ਅੰਮ੍ਰਿਤ ਵੇਲੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਫਿਰ ਉਸੇ ਗਲੀ ਵਿੱਚੋਂ ਸ੍ਰੀ ਹਰਿਮੰਦਰ ਸਾਹਿਬ ਵੱਲ ਗੁਜ਼ਰੇ ਤਾਂ ਅੱਜ ਇਸ ਨੇ ਕੂੜਾ ਨਹੀਂ, ਪਾਣੀ ਮਿਲਾ ਕੇ ਚਿੱਕੜ ਨਾਲ ਭਰਿਆ ਹੋਇਆ ਇੱਕ ਬਾਲਟਾ ਹਜ਼ੂਰ ਦੇ ਸੀਸ ਵਿੱਚ ਡੋਲਿਆ। ਦਾੜੀ ਕੇਸ ਭਿੱਜਣਗੇ, ਅੱਜ ਤੇ ਕ੍ਰੋਧ ਵਿੱਚ ਕੁਝ ਨਾ ਕੁਝ ਬੋਲਣਗੇ ਤੇ ਮੈਂ ਜਵਾਬੀ ਜਵਾਬ ਦੇਵਾਂਗੀ, ਭਰੀ ਗਲੀ ਵਿੱਚ ਨਰਾਦਰੀ ਕਰਾਂਗੀ। ਪਰ ਧੰਨ ਗੁਰੂ ਅਰਜਨ ਦੇਵ ਮਹਾਰਾਜ ਸ਼ਾਂਤੀ ਦੇ ਪੁੰਜ ਸਤਿਗੁਰੂ ਜਦੋਂ ਇਹਦੇ ਬੂਹੇ ਅੱਗੋਂ ਗੁਜ਼ਰੇ, ਇਹਨੇ ਕੋਠੇ ਦੀ ਛੱਤ ਤੋਂ ਉਹ ਚਿੱਕੜ ਨਾਲ ਭਰਿਆ ਬਾਲਟਾ ਡੋਲਿਆ। ਹਜ਼ੂਰ ਦੇ ਸੀਸ ਵਿੱਚ ਜ਼ਰੂਰ ਪਿਆ, ਪਰ ਸਤਿਗੁਰੂ ਸ਼ਾਂਤ ਚਿੱਤ ਅੰਦਰੋਂ ਬੋਲੇ, ਧੰਨ ਗੁਰੂ ਰਾਮਦਾਸ। ਆਹ ਬਚਨ ਕਹਿ ਕੇ ਹਜ਼ੂਰ ਵਾਪਸ ਪਰਤੇ। ਜਾ ਕੇ ਕੇਸੀ ਇਸ਼ਨਾਨ ਕੀਤਾ। ਮਾਂ ਗੰਗਾ ਪੁੱਛਦੇ, ਮਹਾਰਾਜ ਇਹ ਸਭ ਕੁਝ ਕੀ ਹੋ ਰਿਹਾ? ਹਜ਼ੂਰ ਨੇ ਕੋਈ ਜਵਾਬ ਦਿੱਤਾ, ਗੰਗਾ ਇਹ ਕਰਤਾਰ ਦੇ ਭਾਣੇ ਵਿੱਚ ਹੈ, ਉਸ ਦੇ ਹੁਕਮ ਤੋਂ ਬਾਹਰ ਕੁਝ ਨਹੀਂ। ਅੱਜ ਹਜ਼ੂਰ ਨੂੰ ਬਹੁਤ ਦੇਰ ਲੱਗੀ ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਪਹੁੰਚੇ। ਕੌਣ ਦੱਸੇ ਕਰਮੋਂ, ਜਿਹੜੇ ਗੁਰੂ ਅਰਜਨ ਸਾਹਿਬ ਨੂੰ ਤੂੰ ਚਿੱਕੜ ਤੇ ਕੂੜਾ ਸੀਸ ਵਿੱਚ ਸੁੱਟ ਕੇ ਤਪਾਉਣਾ ਚਾਹੁੰਦੀ ਹੈ, ਉਹਨੂੰ ਕੂੜੇ ਤੇ ਚਿੱਕੜ ਨਾਲ ਤਪਾਇਆ ਨਹੀਂ ਜਾ ਸਕਦਾ। ਸਮਾਂ ਆਏਗਾ, ਮੌਕੇ ਦੀ ਹਕੂਮਤ ਤਪਦੀਆਂ ਧੁੱਪਾਂ ਵਿੱਚ ਤੱਤੀ ਰੇਤ ਗੁਰੂ ਅਰਜਨ ਸਾਹਿਬ ਦੇ ਸੀਸ ਵਿੱਚ ਪਾਏਗੀ, ਤਾਂ ਵੀ ਗੁਰੂ ਅਰਜਨ ਸਾਹਿਬ ਨੂੰ ਕੋਈ ਤਪਾ ਨਹੀਂ ਸਕੇਗਾ। ਧੰਨ ਗੁਰੂ ਅਰਜਨ ਦੇਵ ਮਹਾਰਾਜ ਤੋਂ ਭਾਈ ਗੁਰਦਾਸ ਸਾਹਿਬ ਪੁੱਛਦੇ, ਸਤਿਗੁਰੂ ਅੱਜ ਇੰਨੀ ਦੇਰ ਲਾ ਦਿੱਤੀ? ਤੇ ਹਜ਼ੂਰ ਪਿਆਰ ਵਿੱਚ ਬੋਲੇ, ਭਾਈ ਗੁਰਦਾਸ ਜੀ 2 ਦਿਨ ਗੁਜ਼ਰ ਗਏ, ਕੋਈ ਸਾਡਾ ਰਸਤਾ ਰੋਕਣਾ ਚਾਹੁੰਦਾ ਹੈ, ਕੋਈ ਸਾਡੇ ਇਸ ਸੱਚ ਦੇ ਵੇਗ ਨੂੰ ਰੁਕਾਵਟ ਬਣ ਕੇ ਰੋਕਣਾ ਚਾਹੁੰਦਾ ਹੈ, ਕੋਈ ਸਾਡੀ ਇਸ ਸ਼ਾਂਤੀ ਨੂੰ ਭੰਗ ਕਰਕੇ ਤਪਾਉਣਾ ਚਾਹੁੰਦਾ ਹੈ ਤੇ ਵਾਰ-ਵਾਰ ਸਾਡੇ ਸੀਸ ਵਿੱਚ ਕੂੜਾ ਤੇ ਚਿੱਕੜ ਪਾ ਕੇ ਤਪਾਉਣ ਦਾ ਯਤਨ ਕਰ ਰਿਹਾ ਹੈ। ਭਾਈ ਗੁਰਦਾਸ ਸਾਹਿਬ ਦੀ ਰਸਨਾ ਤੋਂ ਬੋਲ ਨਿਕਲੇ, ਸਤਿਗੁਰੂ ਰੱਬ ਦੇ ਸੀਸ ਵਿੱਚ ਚਿੱਕੜ ਸੁੱਟਣ ਵਾਲੇ ਹੱਥਾਂ ਨੂੰ ਕੋੜ ਕਿਉਂ ਨਾ ਫੁੱਟ ਗਿਆ? ਹਜ਼ੂਰ ਨੇ ਬਚਨ ਕਹਿ, ਨਾ ਭਾਈ ਗੁਰਦਾਸ ਇਸ ਤਰ੍ਹਾਂ ਦੇ ਬਚਨ ਨਹੀਂ ਬੋਲੀ ਦੇ। ਪਰ ਗੁਰੂ ਦੇ ਪਿਆਰ ਵਾਲੇ ਸਿੱਧਕੀ ਸਿੱਖ ਦੇ ਬੋਲ ਪੂਰੇ ਹੋਏ। ਸਮਾਂ ਆਇਆ, ਕੁਝ ਦਿਨਾਂ ਬਾਅਦ ਹੀ ਕਰਮੋਂ ਦੇ ਹੱਥਾਂ ਤੇ ਕੋੜ ਫੁੱਟਿਆ
ਪਰ ਸਤਿਗੁਰੂ ਆਪਣੇ ਸੁਭਾਅ ਤੇ ਵੇਖੋ ਕਿਸ ਤਰ੍ਹਾਂ ਕਾਇਮ ਨੇ। ਜਿਵੇਂ ਚੰਦਨ ਆਪਣੀ ਠੰਡਕ ਨਹੀਂ ਛੱਡਦਾ, ਹਜ਼ੂਰ ਦਾ ਸੁਭਾਅ ਹੈ ਧਰਮ ਧੀਰ, ਧਰਮ ਵਿੱਚ ਅਤਿਅੰਤ ਧੀਰਜ ਵਿੱਚ ਟਿਕੇ ਹੋਏ ਨੇ। ਗੁਰਮਤਿ ਗੰਭੀਰ, ਪਰ ਦੁੱਖ ਵਿਸਾਰਨ, ਸਤਿਗੁਰੂ ਦੂਜਿਆਂ ਦਾ ਦੁੱਖ ਨਹੀਂ ਵੇਖ ਸਕਦੇ। ਜਦੋਂ ਪਤਾ ਲੱਗਾ ਕਰਮੋਂ ਦੇ ਹੱਥਾਂ ਨੂੰ ਕੋੜ ਫੁੱਟਿਆ, ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਆਪ ਅਰਦਾਸ ਕੀਤੀ, ਐ ਗੁਰੂ ਰਾਮਦਾਸ ਮਹਾਰਾਜ, ਕੀਤੇ ਹੋਏ ਇਹਨਾਂ ਜੀਵਾਂ ਦੇ ਗੁਨਾਹ ਨਾ ਚਿਤਾਰਨੇ। ਹਜ਼ੂਰ ਨੇ ਬਚਨ ਕਹੇ, ਗੰਗਾ ਜੀ ਜਾਓ ਆਪਣੀ ਜਠਾਣੀ ਨੂੰ ਹਰ ਕੀ ਪੌੜੀ ਤੇ ਇਸ਼ਨਾਨ ਕਰਾਓ, ਉਹਦੇ ਤਨ ਦਾ ਹੱਥਾਂ ਦਾ ਕੋੜ ਦੂਰ ਹੋਏਗਾ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਸੁਭਾਅ ਵੇਖੋ, ਉਸ ਚੰਦਨ ਦੇ ਰੁੱਖ ਵਰਗਾ ਜਿਹਨੂੰ ਜ਼ਹਿਰ ਨਾਲ ਭਰੇ ਹੋਏ ਸੱਪ ਭਾਵੇਂ ਲਿਪਟੇ ਰਹਿਣ, ਪਰ ਉਸ ਦੀ ਠੰਡਕ ਔਰ ਉਸ ਦੇ ਸੁਭਾਅ ਨੂੰ ਤਬਦੀਲ ਨਹੀਂ ਕਰ ਸਕਦੇ। ਇੱਕ ਬੇਨਤੀ ਸਮਝਿਓ ਸਾਧ ਸੰਗਤ, ਚੰਦਨ ਵਿੱਚ ਇੱਕ ਹੋਰ ਗੁਣ ਹੈ। ਜਿਹੜੇ ਰੁੱਖ ਚੰਦਨ ਦੀ ਸ਼ਰਨ ਵਿੱਚ ਆ ਜਾਣ, ਚੰਦਨ ਉਹਨਾਂ ਨੂੰ ਆਪਣੀ ਸੁਗੰਧੀ ਦੇ ਕੇ ਆਪਣੇ ਵਰਗਾ ਬਣਾ ਲੈਂਦਾ ਹੈ। ਪਰ ਸ਼ਰਤ ਇੱਕ ਕਿ ਬਾਂਸ ਦੇ ਰੁੱਖ ਦੀ ਤਰ੍ਹਾਂ ਕੋਈ ਉੱਚਾ ਅਹੰਕਾਰੀ ਤੇ ਅੰਦਰੋਂ ਖਾਲੀ ਨਾ ਹੋਵੇ, ਨੀਵਾਂ ਹੋ ਕੇ ਚੰਦਨ ਦੀ ਸ਼ਰਨ ਵਿੱਚ ਆਏ। ਚੰਦਨ ਉਹਨੂੰ ਆਪਣੇ ਵਰਗਾ ਆਪਣਾ ਰੂਪ ਦੇ ਕੇ ਆਪਣੇ ਬਰਾਬਰ ਕਰ ਲੈਂਦਾ। ਸਾਹਿਬ ਦੀ ਬਾਣੀ ਦਾ ਫਰਮਾਨ ਹੈ, ਕਬੀਰ ਚੰਦਨ ਕਾ ਬਿਰਬਾ ਭਲਾ, ਬੇੜਿਓ ਢਾਕ ਪਲਾਸ, ਓਏ ਪੀ ਚੰਦਨ ਹੋਏ ਰਹੇ, ਵਸੈ ਜੋ ਚੰਦਨ ਪਾਸ। ਪਰ ਇੱਕ ਸ਼ਰਤ ਹੈ, ਕਬੀਰ ਬਾਂਸ ਵਡਾਈ ਬੁੱਢਿਆ, ਇਉਂ ਮਤ ਡੂਬੋ ਕੋਏ, ਚੰਦਨ ਕੈ ਨਿਕਟੈ ਬਸੈ, ਬਾਂਸ ਸੁਗੰਧ ਨਾ ਹੋਏ। ਸ਼ਾਇਦ ਕਰਮੋਂ ਵਰਗੀਆਂ ਤੇ ਬਾਬਾ ਪ੍ਰਿਥੀ ਚੰਦ, ਦੀਵਾਨ ਚੰਦੂ, ਜਹਾਂਗੀਰ ਵਰਗੇ ਉਹ ਲੋਕ ਸਨ ਜਿਹੜੇ ਬਾਂਸ ਦੀ ਤਰ੍ਹਾਂ ਉੱਚੇ ਅਹੰਕਾਰ ਵਿੱਚ ਡੁੱਬੇ ਹੋਏ ਤੇ ਅੰਦਰੋਂ ਖਾਲੀ ਸਨ। ਧੰਨ ਗੁਰੂ ਅਰਜਨ ਦੇਵ ਮਹਾਰਾਜ ਦੀ ਸੰਗਤ ਤੇ ਦਰਸ਼ਨ ਕਰਕੇ ਵੀ ਉਹਨਾਂ ਦੇ ਅੰਦਰ ਉਹ ਸ਼ੁਭ ਗੁਣਾਂ ਦੀ ਖੁਸ਼ਬੂ ਕਦੇ ਨਾ ਭਰੀ। ਧੰਨ ਗੁਰੂ ਅਰਜਨ ਦੇਵ ਮਹਾਰਾਜ, ਜਿਨ੍ਹਾਂ ਨੂੰ 22 ਮਈ ਸਨ 1606 ਨੂੰ ਮੁਰਤਜ਼ਾ ਖਾਨ ਸ਼੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਉੱਤੇ ਗ੍ਰਿਫਤਾਰ ਕਰਨ ਵਾਸਤੇ ਆਇਆ। ਪ੍ਰਿੰਸੀਪਲ ਸਤਵੀਰ ਸਿੰਘ ਹੋਰਾਂ ਇਸ ਗੱਲ ਦਾ ਜ਼ਿਕਰ ਕੀਤਾ ਕਿ ਹਜ਼ੂਰ ਦੇ ਨਾਲ 5 ਸਿੱਖ ਲਾਹੌਰ ਜਾਣ ਲਈ ਤਿਆਰ ਹੋਏ। ਭਾਈ ਜੇਠਾ, ਭਾਈ ਪੁਰਾਣਾ, ਭਾਈ ਪੈੜਾ, ਭਾਈ ਲੰਗਾ ਇਤਿਆਦਿਕ 5 ਸਿੱਖ ਹਜ਼ੂਰ ਦੇ ਨਾਲ ਗਏ। ਪਰ ਸਤਿਗੁਰਾਂ ਬਚਨ ਕਿਹਾ, ਸਿੱਖੋ ਤੁਸੀਂ ਲਾਹੌਰ ਦੀ ਧਰਤੀ ਤੇ ਉਨੇ ਦਿਨ ਰਹਿਣਾ ਹੈ ਜਿੰਨੀ ਦੇਰ ਇਸ ਤਨ ਦੀ ਸੱਚ ਦੀ ਖਾਤਰ ਸ਼ਹਾਦਤ ਨਾ ਹੋ ਜਾਏ। ਤੁਹਾਡੇ ਰਹਿਣ ਦਾ ਮਨੋਰਥ ਕੀ ਹੈ? ਇੱਥੇ ਪਿਆਰ ਤੇ ਪ੍ਰੇਮ ਵਿੱਚ ਭਰੀਆਂ ਹੋਈਆਂ ਸੰਗਤਾਂ ਜਜ਼ਬਾਤੀ ਹੋ ਕੇ ਸਰਕਾਰ ਦੇ ਵਿਰੋਧ ਵਿੱਚ ਪਰਿਵਾਰਾਂ ਦਾ ਕੋਈ ਨੁਕਸਾਨ ਨਾ ਹੋਵੇ, ਇਸ ਲਈ ਸਭ ਸੰਗਤਾਂ ਨੂੰ ਗੁਰੂ ਦੇ ਹੁਕਮ ਤੇ ਭਾਣੇ ਨਾਲ ਜੋੜ ਕੇ ਸ਼ਾਂਤ ਚਿੱਤ ਰਹਿਣ ਦਾ ਉਪਦੇਸ਼ ਤੁਸੀਂ 5 ਕਰਨਾ। ਸ਼ਹਾਦਤ ਤੋਂ ਬਾਅਦ ਵਾਪਸ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਉੱਤੇ ਚਲੇ ਜਾਣ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਲਾਹੌਰ ਲਿਜਾਂਦਾ ਗਿਆ। ਹਜ਼ੂਰ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਤੁਰਨ ਤੋਂ ਪਹਿਲਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕੀਤੇ। ਉਸ ਅਸਥਾਨ ਅੱਗੇ ਸੀਸ ਝੁਕਾਇਆ ਜਿਹਨੂੰ ਹਜ਼ੂਰ ਬਾਣੀ ਅੰਦਰ ਕਹਿੰਦੇ ਨੇ, ਬੱਧੋ ਪੁਰਖ ਵਿਧਾਤੇ ਤਾਂ ਤੂੰ ਸੋਹਿਆ, ਡਿੱਠੇ ਸਭੇ ਥਾਵ ਨਹੀਂ ਤੁਧ ਜਿਹਿਆ, ਵੱਧੋਂ ਪੁਰਖ ਵਿਧਾਤੇ ਤਾਂ ਤੂੰ ਸੋਹਿਆ, ਵਸਨੀ ਸਗਨ ਅਪਾਰ ਅਨੂਪ ਰਾਮਦਾਸਪੁਰ, ਹਰਿ ਨਾਨਕ ਕਸਮ ਲਜਾਏ, ਨਹਾਈਐ ਰਾਮਦਾਸ ਸਰ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੋ ਹਜ਼ੂਰ ਦੇ ਸੁਪੁੱਤਰ ਹਨ, 11 ਵਰ੍ਹਿਆਂ ਦੀ ਹਜ਼ੂਰ ਦੀ ਉਮਰ ਸੀ। ਗੁਰੂ ਅਰਜਨ ਸਾਹਿਬ ਜੀ ਨੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਗੁਰਤਾ ਗੱਦੀ ਉੱਤੇ ਬਿਠਾਇਆ ਤੇ ਬਾਬਾ ਬੁੱਢਾ ਸਾਹਿਬ ਜੀ ਨੂੰ ਹੁਕਮ ਕੀਤਾ, ਬਾਬਾ ਬੁੱਢਾ ਸਾਹਿਬ ਜੀ, ਸਾਡੀ ਸ਼ਹਾਦਤ ਤੋਂ ਬਾਅਦ ਹੁਣ ਤੁਸੀਂ ਇਹਦੇ ਤਨ ਉੱਤੇ 2 ਸ਼ਮਸ਼ੀਰਾਂ ਪਹਿਨਾਉਣੀਆਂ, ਜਿਹੜੀ ਭਗਤੀ ਦੇ ਨਾਲ ਨਾਲ ਸ਼ਕਤੀ ਦਾ ਪ੍ਰਤੀਕ ਬਣੇਗੀ। ਇਸ ਦਰ ਉੱਤੇ ਕੱਲਾ ਰਵਾਬ ਨਾਲ ਕੀਰਤਨ ਨਹੀਂ, ਹੁਣ ਨਗਾਰੇ ਦੀ ਚੋਬ ਦੀ ਆਵਾਜ਼ ਵੀ ਸੁਣਾਈ ਦੇਗੀ। ਸਿੱਖ ਦੇ ਹੱਥਾਂ ਵਿੱਚ ਸਾਡੀ ਸ਼ਹਾਦਤ ਤੋਂ ਬਾਅਦ ਕੱਲਾ ਨਾਮ ਜਪਣ ਵਾਲੀ ਮਾਲਾ ਨਹੀਂ, ਜ਼ਬਰ ਤੇ ਜ਼ੁਲਮ ਦੇ ਵਿਰੁੱਧ ਡਟਣ ਵਾਸਤੇ ਹੱਥਾਂ ਵਿੱਚ ਸ਼ਮਸ਼ੀਰ ਵੀ ਹੋਏਗੀ। ਮੈਕਾਲਿਫ ਨੇ ਇੱਕ ਗੱਲ ਬੜੀ ਪਿਆਰੀ ਲਿਖੀ, ਦੀ ਡੈਥ ਆਫ ਗੁਰੂ ਅਰਜਨ ਦੇਵ ਜੀ ਇਜ਼ ਦਾ ਗ੍ਰੇਟ ਟਰਨਿੰਗ ਪੁਆਇੰਟ। ਸਿੱਖ ਇਜ਼ਮ ਵਿੱਚ ਸਭ ਤੋਂ ਵੱਡਾ ਮੋੜ ਧੰਨ ਗੁਰੂ ਅਰਜਨ ਦੇਵ ਮਹਾਰਾਜ ਦੀ ਸ਼ਹਾਦਤ ਤੋਂ ਬਾਅਦ ਆਇਆ। ਆਪਣਾ ਧਿਆਨ ਲਾਹੌਰ ਦੀ ਧਰਤੀ ਤੇ ਲਿਜਾਉਣਾ, ਜਿੱਥੇ ਸਤਿਗੁਰਾਂ ਨੂੰ ਸ਼ਾਹੀ ਦਰਬਾਰ ਵਿੱਚ ਪੇਸ਼ ਕੀਤਾ ਗਿਆ।
ਕੋਈ ਅਪੀਲ ਨਹੀਂ, ਕੋਈ ਦਲੀਲ ਨਹੀਂ, ਮਿੱਥੀਆਂ ਹੋਈਆਂ ਗੱਲਾਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਸਨਮੁਖ ਜਹਾਂਗੀਰ ਬਾਦਸ਼ਾਹ, ਸ਼ੇਖ ਅਹਿਮਦ ਸਰਹੰਦੀ, ਲਾਹੌਰ ਦਾ ਸੂਬੇਦਾਰ ਮੁਰਤਜ਼ਾ ਖਾਨ ਤੇ ਖਾਸ ਦੀਵਾਨ ਚੰਦੂ, ਇਹਨਾਂ ਸੱਜਣਾਂ ਨੇ ਨਿਸ਼ਚਿਤ ਕੀਤੀਆਂ ਹੋਈਆਂ ਸ਼ਰਤਾਂ ਸਾਹਿਬ ਦੇ ਸਨਮੁਖ ਰੱਖੀਆਂ। ਇਹ ਗੁਰੂ ਅਰਜਨ ਦੇਵ ਮਹਾਰਾਜ 3 ਸ਼ਰਤਾਂ ਨੇ। 1 ਨੰਬਰ ਉੱਤੇ ਪਹਿਲੀ ਸ਼ਰਤ, ਜਿਹੜਾ ਤੁਸੀਂ ਇਲਾਹੀ ਤੁਰਕੀ ਬਾਣੀ ਦਾ ਇੱਕ ਗ੍ਰੰਥ ਲਿਖਿਆ ਹੈ, ਉਹਦੇ ਵਿੱਚ ਹਜ਼ਰਤ ਮੁਹੰਮਦ ਸਾਹਿਬ ਦੀ ਸਿਫਤ ਦਾ ਇੱਕ ਸ਼ਬਦ ਪਾਓ ਤੇ ਉਸ ਗ੍ਰੰਥ ਵਿੱਚ ਇਸਲਾਮ ਨੂੰ ਵੱਡਾ ਕਰਕੇ ਲਿਖੋ। ਦੂਸਰੀ ਸ਼ਰਤ, ਸਾਡੇ ਦੀਵਾਨ ਚੰਦੂ ਦੀ ਲੜਕੀ ਦਾ ਰਿਸ਼ਤਾ ਜਿਹੜਾ ਤੁਸੀਂ ਦਿੱਲੀ ਦੀ ਸੰਗਤ ਦੇ ਕਹਿਣ ਉੱਤੇ ਆਪਣੇ ਪੁੱਤਰ ਹਰਗੋਬਿੰਦ ਸਾਹਿਬ ਵਾਸਤੇ ਕਰਨ ਤੋਂ ਇਨਕਾਰ ਕੀਤਾ ਹੈ, ਉਹ ਰਿਸ਼ਤਾ ਲਓ। ਤੀਸਰੀ ਸ਼ਰਤ, ਸਾਨੂੰ ਪਤਾ ਲੱਗਾ ਤੁਹਾਡੇ ਦਰ ਉੱਤੇ ਪੈਸਾ ਬਹੁਤ ਚੜ੍ਹਦਾ ਹੈ, ਸੰਗਤਾਂ ਦੀ ਉਸ ਗੋਲਕ ਮਾਇਆ ਪੈਸੇ ਦੇ ਵਿੱਚੋਂ ਤੁਸੀਂ ਸਰਕਾਰੀ ਸ਼ਾਹੀ ਦਰਬਾਰ ਵਿੱਚ, ਸ਼ਾਹੀ ਖਜ਼ਾਨੇ ਵਿੱਚ ਟੈਕਸ ਵਜੋਂ ਸਾਲਾਨਾ ਪੈਸੇ ਜਮ੍ਹਾਂ ਕਰਾਉਣ ਦੀ ਗੱਲ ਮੰਨੋ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ 3 ਹੀ ਸ਼ਰਤਾਂ ਸੁਣੀਆਂ। ਜਹਾਂਗੀਰ ਤੇ ਸਰਕਾਰੀ ਅਹਿਲਕਾਰ ਜਾਣਦੇ ਸਨ, ਇਹ ਸ਼ਰਤਾਂ ਗੁਰੂ ਅਰਜਨ ਦੇਵ ਮਹਾਰਾਜ ਕਦੇ ਨਹੀਂ ਮੰਨਣਗੇ। ਝੂਠ ਦੇ ਅੱਗੇ ਸੱਚ ਕਦੇ ਨਹੀਂ ਝੁਕਦਾ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਬੜੇ ਪਿਆਰ ਤੇ ਸਹਿਜ ਨਾਲ ਜਵਾਬ ਦਿੱਤਾ, ਜਹਾਂਗੀਰ, ਇਹ ਆਦ ਗ੍ਰੰਥ ਤੁਰਕੀ ਬਾਣੀ ਇਹ ਕਿਸੇ ਸ਼ਰੀਰ ਵਿਅਕਤੀ ਦੀ ਬਾਣੀ ਨਹੀਂ, ਇਹ ਇਲਾਹੀ ਸ਼ਕਤੀ ਤੁਰਕੀ ਬਾਣੀ ਆਈ, ਤਿੰਨ ਸਗਲੀ ਚਿੰਤ ਮਟਾਈ ਹੈ। ਇਹਦੇ ਵਿੱਚ ਕਿਸੇ ਬੰਦੇ ਦੀ ਸਿਫਤ ਨਹੀਂ ਲਿਖੀ ਜਾ ਸਕਦੀ, ਇਹਦੇ ਵਿੱਚ ਸੱਚ ਦੇ ਖਿਲਾਫ ਕੋਈ ਝੂਠ ਨੂੰ ਵਡਿਆਇਆ ਨਹੀਂ ਜਾ ਸਕਦਾ। ਇੱਥੇ ਕਿਸੇ ਇੱਕ ਮਤ, ਮਜ਼ਹਬ, ਧਰਮ, ਇਮਾਨ, ਦੇਸ਼ ਦੀ ਗੱਲ ਨਹੀਂ ਹੋਏਗੀ, ਇਹ ਸਰਬ ਸਾਂਝੀ ਕੁਰਬਾਨੀ ਹੈ। ਤੇ ਹਜ਼ੂਰ ਨੇ ਬਚਨ ਕਿਹਾ, ਜਹਾਂਗੀਰ ਇੱਥੋਂ ਆਵਾਜ਼ ਸੁਣਾਈ ਦੇਗੀ, ਅੱਬਲ ਅੱਲਾ ਨੂਰ ਉਪਾਇਆ, ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ। ਇੱਥੋਂ ਆਵਾਜ਼ ਆਏਗੀ, ਸਭੈ ਘਟ ਰਾਮ ਬੋਲੇ, ਰਾਮਾ ਬੋਲੇ, ਰਾਮ ਬਿਨਾ ਕੋ ਬੋਲੇ ਰੇ, ਏਕਲ ਮਾਟੀ ਕੁੰਚਰ ਚਿੱਟੀ, ਭਾਜਨ ਹੈ ਬੋ ਨਾਨਾ ਰੇ, ਅਸਥਾਵਰ ਜੰਗਮ ਕੀਟ ਪਤੰਗਮ, ਘਟ ਘਟ ਰਾਮ ਸਮਾਨਾ ਰੇ। ਇੱਥੋਂ ਆਵਾਜ਼ ਸੁਣਾਈ ਦੇਗੀ, ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਇੱਥੇ ਕਿਸੇ ਇੱਕ ਮਤ, ਮਜ਼ਹਬ ਦੀ ਉਸਤਤ ਨਹੀਂ ਹੋ ਸਕਦੀ, ਕਿਉਂਕਿ ਇਹ ਕਿਸੇ ਬੰਦੇ ਦੀ ਬਾਣੀ ਨਹੀਂ, ਕਿਸੇ ਵਿਅਕਤੀ ਸ਼ਰੀਰ ਦੀ ਬਾਣੀ ਨਹੀਂ। ਇਹ ਜੈਸੀ ਮੈਂ ਆਵੇ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਬੇਲਾਲੋ। ਇਹ ਤੁਰਕੀ ਇਲਾਹੀ ਬਾਣੀ ਹੈ, ਇਹ ਕਿਸੇ ਸਰੀਰ ਦੀ ਬਾਣੀ ਨਹੀਂ। ਜਹਾਂਗੀਰ ਇਹ ਬਾਣੀ ਹੋਂ ਆਪੋਂ ਬੋਲ ਨਾ ਜਾਣਦਾ, ਮੈਂ ਕਹਿਆ ਸਭ ਹੁਕਮਾਓ ਜੀਓ, ਸੱਚੇ ਖੁਦਾ ਦੇ ਹੁਕਮ ਇਲਾਹੀ ਇਲਹਾਮ ਦੀ ਬਾਣੀ ਹੈ, ਇਹਦੇ ਵਿੱਚ ਤਬਦੀਲੀ ਨਹੀਂ ਹੋ ਸਕਦੀ। ਦੂਜੀ ਗੱਲ, ਰਹੀ ਗੱਲ ਦੀਵਾਨ ਚੰਦੂ ਦੀ ਲੜਕੀ ਦਾ ਰਿਸ਼ਤਾ ਲੈਣ ਦੀ, ਜਹਾਂਗੀਰ ਸਾਨੂੰ ਸਭ ਕਾਸੇ ਨਾਲੋਂ ਸਾਡੇ ਸਿੱਖ ਤੇ ਸੰਗਤ ਪਿਆਰੀ ਹੈ। ਭਾਵੇਂ ਘਰ ਚਲਾ ਜਾਏ, ਪੁੱਤਰ ਚਲੇ ਜਾਣ, ਤਨ ਬਿਨਸ ਦਾ ਬਿਨਸ ਜਾਏ, ਪਰ ਸਿੱਖਾਂ ਦਾ ਕੀਤਾ ਹੋਇਆ ਹੁਕਮ ਅਸੀਂ ਤੋੜ ਨਹੀਂ ਸਕਦੇ। ਦੀਵਾਨ ਚੰਦੂ ਦੀ ਲੜਕੀ ਸਾਡੀਆਂ ਧੀਆਂ ਵਰਗੀ ਹੈ, ਸਾਡਾ ਇਹਦੀ ਧੀ ਦੇ ਨਾਲ, ਲੜਕੀ ਨਾਲ ਕੋਈ ਵੈਰ ਨਹੀਂ। ਪਰ ਜਹਾਂਗੀਰ ਗੁਰੂ ਨਾਨਕ ਦੇ ਘਰ ਦਾ ਸਦਾ ਹੀ ਸਿਧਾਂਤ ਰਿਹਾ, ਇੱਥੇ ਨਿਮਾਣਿਆਂ ਨੂੰ ਮਾਣ ਮਿਲਦਾ ਹੈ, ਅਹੰਕਾਰੀਆਂ ਵਾਸਤੇ ਕੋਈ ਥਾਂ ਨਹੀਂ। ਇਸ ਅਹੰਕਾਰੀ ਦੇ ਅਹੰਕਾਰ ਭਰੇ ਬੋਲਾਂ ਕਰਕੇ, ਇਹ ਰਿਸ਼ਤੇ ਤੋਂ ਸਿੱਖ ਸੰਗਤ ਦੇ ਹੁਕਮ ਕਰਕੇ ਅਸੀਂ ਇਨਕਾਰ ਕੀਤਾ ਹੈ। ਹੁਣ ਉਹ ਰਿਸ਼ਤਾ ਲਿਆ ਨਹੀਂ ਜਾ ਸਕਦਾ। ਹਜ਼ੂਰ ਨੇ ਬਚਨ ਕਹੇ, ਜਹਾਂਗੀਰ ਦੀਵਾਨ ਚੰਦੂ ਦੀ ਲੜਕੀ ਸਾਡੀ ਧੀ ਹੈ। ਸਿੱਖ ਕਦੇ ਵੀ ਕਿਸੇ ਦੀ ਧੀ ਬੱਚੀ ਨਾਲ ਵਿਤਕਰਾ ਨਹੀਂ ਕਰਦਾ। ਪਰ ਹਜ਼ੂਰ ਨੇ ਬਚਨ ਕਹੇ, ਦੀਵਾਨ ਚੰਦੂ ਤੇਰੇ ਅਹੰਕਾਰ ਕਰਕੇ ਤੇਰਾ ਰਿਸ਼ਤਾ ਗੁਰੂ ਨਾਨਕ ਦੇ ਘਰ ਨਾਲ ਨਹੀਂ ਬਣ ਸਕਦਾ। ਤੀਸਰੀ ਸ਼ਰਤ, ਗੁਰੂ ਨਾਨਕ ਦੀ ਗੋਲਕ ਵਿੱਚੋਂ ਟੈਕਸ ਭਰਨਾ। ਹਜ਼ੂਰ ਨੇ ਬਚਨ ਕਹੇ, ਜਹਾਂਗੀਰ ਇਹ ਮੇਰੇ ਧਰਮ ਦੀ ਕਿਰਤ ਕਰਨ ਵਾਲੇ ਕਿਰਤੀ ਸਿੱਖਾਂ ਦੀ ਖੂਨ ਪਸੀਨੇ ਦੀ ਕਮਾਈ ਹੈ। ਇਹਦੇ ਵਿੱਚੋਂ ਕਿਸੇ ਤਨ ਤੋਂ ਨੰਗੇ ਬੰਦੇ ਦਾ ਤਨ ਕੱਜਿਆ ਜਾ ਸਕਦਾ ਹੈ, ਪੇਟ ਤੋਂ ਭੁੱਖੇ ਬੰਦੇ ਨੂੰ ਭੋਜਨ ਦਿੱਤਾ ਜਾ ਸਕਦਾ ਹੈ। ਇਹਦੇ ਨਾਲ ਕਿਸੇ ਤਨ ਤੇ ਆਈ ਹੋਈ ਬਿਮਾਰੀ, ਰੋਗ ਦਾ ਇਲਾਜ ਕਰਵਾਇਆ ਜਾ ਸਕਦਾ ਹੈ। ਪਰ ਇਹ ਸਿੱਖਾਂ ਦੀ ਧਰਮ ਦੀ ਕਿਰਤ ਦਾ ਪੈਸਾ ਕਿਸੇ ਸਰਕਾਰ ਨੂੰ ਟੈਕਸ ਵਜੋਂ ਨਹੀਂ ਦਿੱਤਾ ਜਾ ਸਕਦਾ। ਹਜ਼ੂਰ ਨੇ 3 ਸ਼ਰਤਾਂ ਤੋਂ ਇਨਕਾਰ ਕੀਤਾ। ਹਕੂਮਤ ਜਾਣਦੀ ਸੀ
ਕਿ ਇਹ ਸ਼ਰਤਾਂ ਮੰਨਣ ਯੋਗ ਨਹੀਂ। ਔਰ ਧੰਨ ਗੁਰੂ ਅਰਜਨ ਦੇਵ ਮਹਾਰਾਜ ਹਜ਼ੂਰ ਦੀ ਉਸ ਕੁਰਬਾਨੀ ਸਦਕਾ ਇੱਕ ਬੇਨਤੀ ਸਾਧ ਸੰਗਤ, ਅੱਜ ਤੱਕ ਇਹ ਸੱਚ ਹੈ, ਗੁਰੂ ਅਰਜਨ ਸਾਹਿਬ ਮਹਾਰਾਜ ਨੇ ਕੁਰਬਾਨੀ ਕੀਤੀ ਔਰ ਹਜ਼ੂਰ ਦੀ ਉਸ ਕੁਰਬਾਨੀ ਸਦਕਾ ਅੱਜ ਤੱਕ ਨਾ ਕਿਸੇ ਗੁਰਦੁਆਰੇ ਤੇ ਟੈਕਸ, ਨਾ ਕਿਸੇ ਮੰਦਰ ਤੇ ਟੈਕਸ, ਨਾ ਕਿਸੇ ਮਸਜਿਦ ਤੇ ਟੈਕਸ, ਕਿਸੇ ਧਾਰਮਿਕ ਅਸਥਾਨ ਦੀ ਗੋਲਕ ਤੇ ਟੈਕਸ ਨਹੀਂ, ਕਿਉਂਕਿ ਧੰਨ ਗੁਰੂ ਅਰਜਨ ਦੇਵ ਮਹਾਰਾਜ ਨੇ ਆਪਣੇ ਤਨ ਦੀ ਸ਼ਹਾਦਤ ਦੇ ਕੇ ਇਸ ਟੈਕਸ ਨੂੰ ਸਦਾ ਵਾਸਤੇ ਖਤਮ ਕਰ ਦਿੱਤਾ। ਹਜ਼ੂਰ ਗੁਰੂ ਅਰਜਨ ਦੇਵ ਮਹਾਰਾਜ ਜਦੋਂ ਤਿੰਨਾਂ ਸ਼ਰਤਾਂ ਤੋਂ ਸਾਹਿਬ ਨੇ ਇਨਕਾਰ ਕੀਤਾ, ਜਹਾਂਗੀਰ ਬਾਦਸ਼ਾਹ ਦਾ ਤੈਅ ਕੀਤਾ ਹੋਇਆ ਹੁਕਮ ਪਹਿਲਾਂ ਹੀ ਸਰਕਾਰੀ ਹਕੂਮਤ ਵੱਲੋਂ ਤੈਅ ਸੀ, ਸੁਣਾਇਆ ਗਿਆ, ਯਾਸਾ ਕਾਨੂੰਨ ਦੇ ਅਧੀਨ ਹਜ਼ੂਰ ਦੇ ਤਨ ਵਿੱਚੋਂ ਰਤ ਨਾ ਕੱਢੀ ਜਾਏ, ਸਖਤ ਤਸੀਹੇ ਦਿੱਤੇ ਜਾਣ ਔਰ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਤਸੀਹੇ ਦੇ ਕੇ ਲਾਹੌਰ ਦੀ ਧਰਤੀ ਉੱਤੇ ਖਤਮ ਕਰ ਦਿੱਤਾ ਜਾਏ। ਸਰਕਾਰ ਨੇ ਇੱਕ ਚਾਲ ਚੱਲੀ, ਤੁਜ਼ ਕੇ ਜਹਾਂਗੀਰੀ ਵਿੱਚ ਬਾਦਸ਼ਾਹ ਜਹਾਂਗੀਰ ਨੇ ਆਪਣੀ ਸਵੈ ਜੀਵਨੀ ਵਿੱਚ ਇਸ ਗੱਲ ਦਾ ਜ਼ਿਕਰ ਕੀਤਾ ਕਿ ਕਈ ਵਰਿਆਂ ਤੋਂ ਮੇਰੀ ਨਜ਼ਰ ਸੀ ਵਿਆਸਾ ਦਰਿਆ ਦੇ ਕੰਢੇ ਕਈ ਪੁਸ਼ਤਾਂ ਤੋਂ ਚੱਲਦੀ ਹੋਈ ਇੱਕ ਦੁਕਾਨ, ਜਿਹੜੀ ਮੈਨੂੰ ਝੂਠ ਦੀ ਦੁਕਾਨ ਨਜ਼ਰ ਆਉਂਦੀ ਹੈ, ਉਸ ਦੁਕਾਨ ਦੇ ਮਾਲਕ ਗੁਰੂ ਅਰਜਨ ਸਾਹਿਬ ਮਹਾਰਾਜ ਨੂੰ ਜਦੋਂ ਮੌਕਾ ਮਿਲਿਆ ਮੈਂ ਖਤਮ ਕਰ ਦਾਂਗਾ। ਇਸਲਾਮ ਦੇ ਵਾਧੇ ਵਿੱਚ ਮੇਰਾ ਇਹ ਸਭ ਤੋਂ ਵੱਡਾ ਯੋਗਦਾਨ ਹੋਏਗਾ। ਜਹਾਂਗੀਰ ਦੀ ਇਹ ਤੁਜ਼ ਕੇ ਜਹਾਂਗੀਰੀ ਵਿੱਚ ਲਿਖਿਆ ਹੋਇਆ ਆਪਣਾ ਬਿਆਨ ਦਰਸਾਉਂਦਾ ਹੈ ਕਿ ਬਾਦਸ਼ਾਹ ਜਹਾਂਗੀਰ ਸ਼ੁਰੂ ਤੋਂ ਮੁਤੱਸਵੀ ਔਰ ਕੱਟੜ ਸੀ ਔਰ ਸੱਚ ਦਾ ਹਮੇਸ਼ਾ ਬੈਰੀ ਸੀ। ਖੈਰ, ਹਕੂਮਤ ਨੇ ਚਾਲ ਚੱਲੀ। ਦੀਵਾਨ ਚੰਦੂ ਰੋਹ ਤੇ ਰੋਸ ਵਿੱਚ ਪਹਿਲਾਂ ਹੀ ਅਹੰਕਾਰੀ ਸੀ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਜਹਾਂਗੀਰ ਬਾਦਸ਼ਾਹ ਨੇ ਦੀਵਾਨ ਚੰਦੂ ਤੇ ਮੁਰਤਜ਼ਾ ਖਾਨ ਦੇ ਹਵਾਲੇ ਕੀਤਾ। ਸਰਕਾਰੀ ਅਮਲੇ ਉੱਤੇ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੂੰ ਤਸੀਹੇ ਦਿੱਤੇ ਜਾਣਗੇ। ਹੁਕਮ ਦੇ ਕੇ ਬਾਦਸ਼ਾਹ ਜਹਾਂਗੀਰ ਕਸ਼ਮੀਰ ਦੀ ਧਰਤੀ ਵੱਲ ਚਲਾ ਗਿਆ ਔਰ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਸਰਕਾਰੀ ਹਵੇਲੀ ਵਿੱਚ ਮੁਰਤਜ਼ਾ ਖਾਨ ਨੇ ਦੀਵਾਨ ਚੰਦੂ ਦੇ ਹਵਾਲੇ ਕਰ ਦਿੱਤਾ। ਹਜ਼ੂਰ ਨੂੰ ਪਹਿਲਾ ਦਿਨ ਜੇਠ ਹਾੜ ਦੀਆਂ ਤਪਦੀਆਂ ਧੁੱਪਾਂ ਭੁੱਖਣ ਭਾਣੇ ਧੁੱਪ ਵਿੱਚ ਬਿਠਾਇਆ ਗਿਆ, ਪਰ ਧੰਨ ਗੁਰੂ ਅਰਜਨ ਦੇਵ ਮਹਾਰਾਜ ਅੰਦਰ ਸ਼ਾਂਤ ਚਿੱਤ ਬੈਠੇ ਰਹੇ। ਉਸ ਤੋਂ ਅਗਲਾ ਦਿਨ ਚੜ੍ਹਿਆ। ਚੰਦੂ ਦੀਵਾਨ ਨੇ ਹਜ਼ੂਰ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਉਬਲਦੇ ਹੋਏ ਪਾਣੀ ਦੀ ਦੇਗ ਵਿੱਚ ਬਿਠਾਇਆ। ਤਨ ਛਾਲੋ ਛਾਲੀ ਹੋ ਗਿਆ। ਸਾਹਿਬ ਦਾ ਚਮੜਾ, ਹਜ਼ੂਰ ਦੇ ਤਨ ਦੀ ਉਹ ਚਮੜੀ ਉਬਲਦੇ ਪਾਣੀ ਵਿੱਚ ਉਬਲ ਗਈ। ਕੁਝ ਘੜੀਆਂ ਬਾਅਦ ਸਾਹਿਬ ਨੂੰ ਉਸ ਉਬਲਦੇ ਪਾਣੀ ਚੋਂ ਬਾਹਰ ਕੱਢਿਆ। ਦੀਵਾਨ ਚੰਦੂ ਭੈ ਭੀਤ ਹੋਇਆ ਤੇ ਹੱਥ ਜੋੜ ਕੇ ਇੱਕ ਬਚਨ ਕਹਿੰਦਾ, ਗੁਰੂ ਅਰਜਨ ਦੇਵ ਮਹਾਰਾਜ, ਇੱਕ ਵਾਰ ਸ਼ਰਤ ਮੰਨ ਲਓ, ਮੈਂ ਤੁਹਾਡਾ ਇਲਾਜ ਕਰਾ ਦਾਂਗਾ। ਪਰ ਧੰਨ ਗੁਰੂ ਅਰਜਨ ਦੇਵ ਮਹਾਰਾਜ ਨਾ ਪੱਖੀ ਸੀਸ ਹਿਲਾ ਕੇ ਅੰਦਰ ਹੀ ਅੰਦਰ ਸਹਿਜ ਵਿੱਚ ਟਿਕੇ ਹੋਏ ਮਨ ਨੂੰ ਇੱਕ ਗੱਲ ਕਹਿ ਰਹੇ ਸਨ, ਦੀਵਾਨ ਚੰਦੂ, ਤੇਰੇ ਇਹ ਤਸੀਹੇ ਸਾਨੂੰ ਤਪਾ ਨਹੀਂ ਸਕਦੇ। ਤੂੰ ਸਾਡੇ ਤਨ ਨੂੰ ਖਤਮ ਕਰ ਸਕਦਾ ਹੈ, ਪਰ ਅੰਦਰ ਦੇ ਸੱਚ ਨੂੰ ਖਤਮ ਨਹੀਂ ਕੀਤਾ ਜਾ ਸਕਦਾ। ਬਾਹਰੋਂ ਤਨ ਤਪਾਇਆ ਜਾ ਸਕਦਾ ਹੈ, ਅੰਦਰ ਸਹਿਜ ਤੇ ਸ਼ਾਂਤੀ ਵਿੱਚ ਟਿਕੇ ਹੋਏ, ਅਕਹਿ ਰਸ ਵਿੱਚ ਟਿਕੇ ਹੋਏ ਮਨ ਨੂੰ ਤੂੰ ਤਪਾ ਨਹੀਂ ਸਕੇਗਾ। ਉਹ ਮਨ ਕਿੱਥੇ ਟਿਕਿਆ ਜਿਹਨੂੰ ਹਜ਼ੂਰ ਬਾਣੀ ਅੰਦਰ ਵਡਿਆਈ ਦਿੰਦੇ, ਚੰਦਨ ਚੰਦ ਨਾ ਸਰਦ ਰੁੱਤ, ਨਾ ਇੰਨੀ ਠੰਡਕ ਚੰਦਨ ਵਿੱਚ, ਨਾ ਇੰਨੀ ਠੰਡਕ ਚੰਦਰਮੇ ਵਿੱਚ, ਨਾ ਇੰਨੀ ਠੰਡਕ ਸਰਦ ਰੁੱਤ ਵਿੱਚ, ਜਿੰਨੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਮ ਵਿੱਚ ਠੰਡਕ ਹੈ। ਹਜ਼ੂਰ ਨੇ ਬਚਨ ਕਹੇ, ਚੰਦਨ ਚੰਦ ਨਾ ਸਰਦ ਰੁੱਤ, ਮੂਲ ਨਾ ਮਿਟਈ ਕਾਮ, ਸੀਤਲ ਥੀਵੈ ਨਾਨਕਾ, ਜਪੰਦੜੋ ਹਰ ਨਾਮ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸ਼ਾਂਤੀ ਵਿੱਚ ਟਿਕੇ ਰਹੇ, ਪਰ ਦੀਵਾਨ ਚੰਦੂ ਸਾਰੀ ਰਾਤ ਨੀਂਦ ਨਾ ਪਈ। ਤੀਸਰਾ ਦਿਨ ਚੜ੍ਹਿਆ। ਅੰਦਰੋਂ ਤਪਿਆ ਹੋਇਆ ਚੰਦੂ ਅੱਜ ਨੇ ਸਿਪਾਹੀਆਂ ਨੂੰ ਹੁਕਮ ਦਿੱਤਾ ਕਿ ਅੱਜ ਵੇਖਾਂਗਾ ਗੁਰੂ ਅਰਜਨ ਦੇਵ ਮਹਾਰਾਜ ਮੇਰੀਆਂ ਸ਼ਰਤਾਂ ਕਿਵੇਂ ਨਹੀਂ ਮੰਨਦੇ। ਐਸੇ ਤਸੀਹੇ ਦੇਵਾਂਗਾ ਕਿ ਗੁਰੂ ਅਰਜਨ ਸਾਹਿਬ ਆਪਣੇ ਆਪ ਕਹਿਣਗੇ, ਦੀਵਾਨ ਚੰਦੂ, ਜੋ ਤੁਸੀਂ ਕਹਿੰਦੇ ਹੋ ਮੈਂ ਮੰਨਣ ਲਈ ਤਿਆਰ ਹਾਂ। ਇਹਦੇ ਮਨ ਦਾ ਭੁਲੇਖਾ ਸੀ। ਇਹਨੇ ਕੀਤਾ ਕਿ ਉਸ ਤੋਂ ਅਗਲੇ ਦਿਨ ਹਜ਼ੂਰ ਵਾਸਤੇ ਇੱਕ ਤਪਦੀ ਹੋਈ ਲੋਹ ਗਰਮ ਕੀਤੀ। ਬਾਲਣ ਪਾ ਪਾ ਕੇ ਸਿਖਰ ਦੁਪਹਿਰ, ਜੇਠ ਹਾੜ ਦੀ ਕੜਦੀ ਤਪਦੀ ਧੁੱਪ ਲੋਹ ਦਾ ਰੰਗ ਲਾਲ ਕੀਤਾ। ਸਿਪਾਹੀਆਂ ਨੂੰ ਹੁਕਮ ਦਿੱਤਾ,
ਗੁਰੂ ਅਰਜਨ ਸਾਹਿਬ ਨੂੰ ਪਕੜ ਕੇ ਤੋਰ ਕੇ ਉਸ ਤੱਤੀ ਤਵੀ ਤੇ ਬਿਠਾਓ। ਜਦੋਂ ਹਜ਼ੂਰ ਨੂੰ ਤੋਰਨ ਲੱਗੇ, ਚੰਦੂ ਹੱਥ ਜੋੜ ਕਹਿੰਦਾ, ਗੁਰੂ ਅਰਜਨ ਸਾਹਿਬ ਜੀ, ਤਪਦੀ ਹੋਈ ਲੋਹ ਨੇ ਅੱਜ ਤੁਹਾਡੇ ਸਰੀਰ ਨੂੰ ਭਸਮ ਕਰ ਦੇਣਾ ਹੈ, ਕਹਾਣੀ ਖਤਮ ਹੋ ਜਾਏਗੀ। ਅਜੇ ਵੀ ਤੁਹਾਡੇ ਕੋਲ ਸਮਾਂ, ਮੇਰੀ ਗੱਲ ਮੰਨੋ, ਮੇਰੀ ਸ਼ਰਤ ਮੰਨੋ ਤੇ ਮੈਂ ਤੁਹਾਡਾ ਇਲਾਜ ਕਰਾ ਦਾਂਗਾ, ਤੁਸੀਂ ਤੰਦਰੁਸਤ ਹੋ ਜਾਓਗੇ। ਧੰਨ ਗੁਰੂ ਅਰਜਨ ਦੇਵ ਮਹਾਰਾਜ, ਹਜ਼ੂਰ ਨੇ ਨਾ ਪੱਖੀ ਸੀਸ ਹਿਲਾਇਆ। ਤਪਿਆ ਹੋਇਆ ਚੰਦੂ ਸਿਪਾਹੀਆਂ ਨੂੰ ਹੁਕਮ ਦਿੰਦਾ, ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਤਪਦੀ ਲੋਹ ਤੇ ਬਿਠਾਓ। ਦੋ ਸਿਪਾਹੀ ਪਕੜ ਕੇ ਹਜ਼ੂਰ ਨੂੰ ਲੋਹ ਵੱਲ ਤੋਰ ਰਹੇ ਸਨ। ਦੀਵਾਨ ਚੰਦੂ ਦੂਰ ਖਲੋਤਾ ਵੇਖ ਰਿਹਾ ਸੀ। ਚਲਦਿਆਂ ਚਲਦਿਆਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਜਦੋਂ ਤਪਦੀ ਹੋਈ ਲੋਹ ਦੇ ਕੋਲ ਗਏ, ਹਜ਼ੂਰ ਦੇ ਪੈਰ ਰੁਕ ਗਏ। ਦੀਵਾਨ ਚੰਦੂ ਹੱਸ ਪਿਆ, ਅੰਦਰੋਂ ਖੁਸ਼ ਹੋਇਆ, ਮਨ ਵਿੱਚ ਇੱਕ ਫੁਰਨਾ ਫੁਰਿਆ, ਸ਼ਾਇਦ ਗੁਰੂ ਅਰਜਨ ਦੇਵ ਮਹਾਰਾਜ ਮੇਰੀ ਗੱਲ ਮੰਨ ਗਏ, ਤਪਦੀ ਲੋਹ ਦੇ ਸੇਕ ਤੋਂ ਡਰ ਗਏ ਹੋਣਗੇ। ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਦੇ ਕੋਲ ਹੋ ਕੇ ਬੋਲਿਆ, ਮਹਾਰਾਜ ਚੰਗਾ ਕੀਤਾ ਤੁਸੀਂ ਮੇਰੀ ਗੱਲ ਮੰਨ ਲਈ, ਤੁਸੀਂ ਕਦਮ ਰੋਕ ਲਏ। ਅੱਜ ਇਸ ਲੋਹ ਨੇ ਤੁਹਾਡੇ ਤਨ ਨੂੰ ਭਸਮ ਕਰ ਦੇਣਾ ਸੀ। ਮਹਾਰਾਜ ਫਿਰ ਮੈਂ ਇਹ ਗੱਲ ਸਮਝਾ ਕਿ ਤੁਸੀਂ ਸਾਡੀ ਸ਼ਰਤ ਮੰਨ ਲਈ। ਧੰਨ ਗੁਰੂ ਅਰਜਨ ਦੇਵ ਮਹਾਰਾਜ ਬੜੀ ਸਹਿਜ ਵਾਲੀ ਆਵਾਜ਼ ਵਿੱਚ ਬੋਲੇ, ਦੀਵਾਨ ਚੰਦੂ, ਤੇਰੀ ਤਪਦੀ ਲੋਹ ਦੇ ਸੇਕ ਕਰਕੇ ਨਹੀਂ ਰੁਕੇ, ਸਾਡੇ ਰੁਕਣ ਦਾ ਕਾਰਨ ਕੁਝ ਹੋਰ ਹੈ। ਤਪ ਗਿਆ। ਪੁੱਛਦਾ, ਮਹਾਰਾਜ ਫਿਰ ਰੁਕੇ ਕਿਉਂ? ਧੰਨ ਗੁਰੂ ਅਰਜਨ ਦੇਵ ਮਹਾਰਾਜ ਬੋਲੇ, ਦੀਵਾਨ ਚੰਦੂ, ਅਸੀਂ ਤੇਰੀ ਤਪਦੀ ਹੋਈ ਲੋਹ ਵੱਲ ਵੇਖ ਰਹੇ ਹਾਂ। ਅਜੇ ਤੇਰੀ ਲੋਹ ਵਿੱਚ ਉਹ ਰੰਗ ਬਣਿਆ ਨਹੀਂ ਜਿਹੜਾ ਸਾਨੂੰ ਸ਼ਹੀਦ ਕਰਨ ਲਈ ਚਾਹੀਦਾ ਹੈ। ਦੀਵਾਨ ਚੰਦੂ, ਜਿੰਨਾ ਬਾਲਣ ਪਾ ਸਕਦਾ ਪਾ, ਇਸ ਲੋਹ ਨੂੰ ਜਿੰਨਾ ਤਪਾ ਸਕਦਾ ਤਪਾ, ਅਜੇ ਇਹਦੇ ਵਿੱਚ ਉਹ ਤਾਕਤ ਨਹੀਂ ਕਿ ਗੁਰੂ ਅਰਜਨ ਸਾਹਿਬ ਨੂੰ ਸ਼ਹੀਦ ਕਰ ਸਕੇ। ਧੰਨ ਗੁਰੂ ਅਰਜਨ ਦੇਵ ਮਹਾਰਾਜ ਨੇ ਜਿਹੜੇ ਬੋਲ ਕਹੇ, ਇੱਕ ਵਿਦਵਾਨ ਨੇ ਬੜੀ ਪਿਆਰੀ ਰੰਗਤ ਦਿੱਤੀ। ਚੰਦੂ ਚੰਦਰਾ ਚੰਦ ਚੜਾਉਣ ਲੱਗਾ, ਕਹਿਣ ਲੱਗਾ ਕਿ ਲੋਹ ਤਪਾਓ ਛੇਤੀ, ਲਾ ਕੇ ਸੂਰਜ ਤੇ ਪੀ ਕੇ ਰੇਤ ਉਸਦੀ, ਅਰਜਨ ਗੁਰੂ ਦੇ ਸੀਸ ਵਿੱਚ ਪਾਓ ਛੇਤੀ। ਸਤ ਗੁਰੂ ਆਏ ਤਾਂ ਰੁਕ ਕੇ ਕਹਿਣ ਲੱਗੇ, ਓਏ ਤੈਨੂੰ ਲੋਹ ਤਪਾਉਣ ਦਾ ਢੰਗ ਕੋਈ ਨਹੀਂ, ਜਿਹੜੀ ਰੰਗ ਸ਼ਹੀਦੀ ਅੱਜ ਮੰਗਦੀ ਹੈ, ਤੇਰੀ ਤਪਦੀ ਲੋਹ ਵਿੱਚ ਰੰਗ ਉਹ ਨਹੀਂ। ਧੰਨ ਗੁਰੂ ਅਰਜਨ ਦੇਵ ਮਹਾਰਾਜ ਦੀ ਗੱਲ ਸੁਣੀ, ਚੰਦੂ ਦਾ ਸੀਸ ਸ਼ਰਮ ਨਾਲ ਝੁਕ ਗਿਆ, ਕ੍ਰੋਧ ਨਾਲ ਸੜਿਆ ਬਲਿਆ ਬੋਲਿਆ, ਗੁਰੂ ਅਰਜਨ ਸਾਹਿਬ ਨੂੰ ਤਵੀ ਤੇ ਬਿਠਾਓ। ਹਜ਼ੂਰ ਤੱਤੀ ਤਵੀ ਤੇ ਬੈਠੇ, ਚੌਂਕੜਾ ਮਾਰ ਬੈਠ ਗਏ। ਇਹੀਓ ਅੰਦਰੋਂ ਜਪ ਰਹੇ ਸਨ, ਤੇਰਾ ਕੀਆ ਮਿੱਠਾ ਲੱਗੈ, ਹਰ ਨਾਮ ਪਦਾਰਥ ਨਾਨਕ ਮੰਗੈ। ਕੁਝ ਪਲਾਂ ਬਾਅਦ ਹੀ ਤਨ ਯੁੱਸਾ ਲਾਲੋ ਲਾਲ ਹੋ ਗਿਆ। ਡਰੇ ਹੋਏ ਚੰਦੂ ਨੇ ਉਸੇ ਵਕਤ ਘਾਬਰ ਕੇ ਸਿਪਾਹੀਆਂ ਨੂੰ ਹੁਕਮ ਦਿੱਤਾ, ਛੇਤੀ ਨਾਲ ਗੁਰੂ ਅਰਜਨ ਸਾਹਿਬ ਨੂੰ ਲੋਹ ਤੋਂ ਲਾਓ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਤਪਦੀ ਲੋਹ ਤੋਂ ਲਾਇਆ ਗਿਆ, ਕੰਧ ਦਾ ਆਸਰਾ ਦੇ ਕੇ ਬਿਠਾ ਦਿੱਤਾ। ਦੀਵਾਨ ਚੰਦੂ ਹਜ਼ੂਰ ਵੱਲ ਵੇਖ ਨਾ ਸਕਿਆ, ਆਪਣੇ ਘਰ ਗਿਆ, ਅੰਦਰੋਂ ਤਪਦਾ ਵੀ ਰਿਹਾ। ਸਾਰੀ ਰਾਤ ਇਹਦੇ ਅੱਖਾਂ ਵਿੱਚ ਨੀਂਦ ਨਾ ਪਈ। ਇਹ ਖਬਰ ਹੁਣ ਤੱਕ ਲਾਹੌਰ ਵਿੱਚ ਅੱਗ ਦੀ ਤਰ੍ਹਾਂ ਫੈਲ ਚੁੱਕੀ ਸੀ। ਇੱਕ ਇਸਲਾਮੀ ਫਕੀਰ ਜਿਹਨੂੰ ਪੂਰਾ ਇਸਲਾਮ ਬੜਾ ਅਦਬ ਦਿੰਦਾ ਹੈ, ਸਾਈਂ ਮੀਆਂ ਮੀਰ, ਜਿਹਦੇ ਹੱਥੋਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਨੀਂਹ ਰਖਵਾਈ ਸੀ, ਉਹਦੇ ਕੰਨੀ ਖਬਰ ਪਈ ਤੇ ਹਜ਼ੂਰ ਦੇ ਦਰਸ਼ਨ ਕਰਨ ਲਈ ਇਹ ਖਬਰਾਂ ਲੈਂਦਾ ਲੈਂਦਾ ਉਸ ਸ਼ਾਹੀ ਹਵੇਲੀ ਵਿੱਚ ਪਹੁੰਚਿਆ। ਅਗਲੇ ਦਿਨ ਸਵੇਰ ਜਦੋਂ ਹਵੇਲੀ ਵਿੱਚ ਪਹੁੰਚ ਧੰਨ ਗੁਰੂ ਅਰਜਨ ਦੇਵ ਮਹਾਰਾਜ ਦੇ ਦਰਸ਼ਨ ਕੀਤੇ, ਤਨ ਵੇਖਿਆ ਨਾ ਗਿਆ, ਅੱਖਾਂ ਵੈਰਾਗ ਨਾਲ ਭਰੀਆਂ ਤੇ ਪੁੱਬੀ ਰੋ ਪਿਆ। ਹੱਥ ਜੋੜ ਕਹਿੰਦਾ, ਗੁਰੂ ਅਰਜਨ ਸਾਹਿਬ ਜੀ, ਤੁਸੀਂ ਪ੍ਰਤੱਖ ਨਿਰੰਕਾਰ ਰੱਬ ਹੋ, ਇੰਨੀ ਤਾਕਤ ਦੇ ਮਾਲਕ ਹੋਵੋ ਤੇ ਇਹ ਸੰਸਾਰ ਦੇ ਮਾਮੂਲੀ ਜਿਹੇ ਲੋਕ ਤੁਹਾਨੂੰ ਇੰਨੀਆਂ ਸਜ਼ਾਵਾਂ ਦੇਣ। ਮਹਾਰਾਜ ਮੈਨੂੰ ਹੁਕਮ ਕਰੋ, ਜੇ ਕਹੋ ਤੇ ਮੈਂ ਦਿੱਲੀ ਤੇ ਲਾਹੌਰ ਇੱਕ ਪਲ ਵਿੱਚ ਮੰਤਰ ਪੜ੍ਹ ਕੇ ਢਹਿ ਤੇ ਢੇਰੀ ਕਰ ਦੇਵਾਂਗਾ। ਸਾਹਿਬ ਨੇ ਬਚਨ ਕਹੇ, ਸਾਈਂ ਮੀਆਂ ਮੀਰ, ਸੰਸਾਰ ਵਿੱਚ ਬਾਕੀ ਲੋਕ ਤਪਦੇ ਨਾਮ ਤੋਂ ਸਖਣੇ ਤੇ ਤਪਦੇ ਚੰਗੇ ਲੱਗਦੇ ਨੇ, ਪਰ ਤੇਰੇ ਵਰਗੇ ਨਾਮ ਰਸੀਏ ਤਪ ਜਾਣ, ਇਹ ਗੱਲ ਜੱਚਦੀ ਨਹੀਂ। ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਬਚਨ ਕਹੇ, ਸਾਈਂ ਮੀਆਂ ਮੀਰ, ਤੁਸੀਂ ਭੁੱਲ ਗਏ ਹੋ, ਇੱਕ ਸਵਾਲ ਤੁਸੀਂ ਕੀਤਾ ਸੀ ਕਿ ਇਹ ਕਿਵੇਂ ਹੋ ਸਕਦਾ ਹੈ ਕਿ ਤਨ ਮਨ ਕਾਟ ਕਾਟ ਸਭ ਅਰਪੀ, ਵਿੱਚ ਅਗਨੀ ਆਪ ਜਲਾਈ,
ਅੱਜ ਉਸ ਪੰਕਤੀ ਦੀ ਵਿਆਖਿਆ ਇਸ ਤੱਤੀ ਤਵੀ ਤੇ ਬਹਿ ਕੇ ਕੀਤੀ ਹੋ। ਸਾਈਂ ਮੀਆਂ ਮੀਰ ਤੇਰੇ ਵਰਗੇ ਨਾਮ ਰਸੀਏ ਲੋਕ ਤਪ ਜਾਣ, ਇਹ ਗੱਲ ਸ਼ੋਭਾ ਨਹੀਂ ਦਿੰਦੀ। ਨਾਲੇ ਇਹ ਸੱਚ ਹੈ, ਜਿੱਦਣ ਤੇਰੇ ਹੱਥੋਂ ਸ੍ਰੀ ਹਰਿਮੰਦਰ ਸਾਹਿਬ ਦੀ ਨੀਂਹ ਰਖਵਾਈ ਸੀ, ਉਦਣ ਤੁਸੀਂ ਇੱਕ ਬਚਨ ਕਿਹਾ ਸੀ, ਗੁਰੂ ਅਰਜਨ ਸਾਹਿਬ ਜੀ ਤੁਸੀਂ ਆਪ ਨਿਰੰਕਾਰ ਸਰੂਪ ਹੋ, ਆਪਣੇ ਹੱਥੀਂ ਨੀਂਹ ਕਿਉਂ ਨਹੀਂ ਧਰਦੇ? ਸਾਹਿਬ ਕਹਿੰਦੇ ਉਦਣ ਬਚਨ ਕਿਹਾ ਸੀ, ਸਾਈਂ ਮੀਆਂ ਮੀਰ ਅੱਜ ਅਸੀਂ ਸਰੰਦਾ ਲੈ ਕੇ ਰੱਬ ਦੀ ਉਸਤਤ ਵਿੱਚ ਖੁਸ਼ੀ ਦੇ ਸ਼ਬਦ ਪੜਾਂਗੇ, ਇੱਕ ਦਿਨ ਨੀਂਹ ਅਸਾਂ ਵੀ ਰੱਖਾਂਗੇ, ਉਦਣ ਤੁਸੀਂ ਵੀ ਪ੍ਰਸੰਨਤਾ ਵਿੱਚ ਰਹਿ ਕੇ ਖੁਦਾ ਦੇ ਘਰ ਅਰਦਾਸ ਕਰਿਓ। ਸਾਈਂ ਮੀਆਂ ਮੀਰ ਅੱਜ ਮੈਂ ਉਹ ਨੀਂਹ ਧਰਨ ਜਾ ਰਿਹਾ ਹਾਂ, ਤੂੰ ਹਰਮੰਦਰ ਦੀ ਨੀਂਹ ਧਰੀ, ਮੈਂ ਸ਼ਹਾਦਤ ਦੀ ਨੀਂਹ ਰੱਖ ਰਿਹਾ। ਅੱਜ ਤੋਂ ਬਾਅਦ ਸਿੱਖ ਧਰਮ ਵਿੱਚ ਸ਼ਹਾਦਤਾਂ ਹੁੰਦੀਆਂ ਰਹਿਣਗੀਆਂ ਔਰ ਰਹਿੰਦੀ ਦੁਨੀਆ ਤੱਕ ਇਸ ਸੱਚ ਨਾਲ ਜੁੜੇ ਹੋਏ ਸੂਰਜ ਨੂੰ ਕੋਈ ਮਿਟਾ ਨਹੀਂ ਸਕੇਗਾ। ਸਾਹਿਬ ਨੇ ਬਚਨ ਕਹੇ, ਸਾਈਂ ਮੀਆਂ ਮੀਰ ਨੀਹਾਂ ਦੋ ਧਰਨੀਆਂ ਸਨ, ਇੱਕ ਸਿਦਕ ਦੀ ਇੱਕ ਹਰਮੰਦਰ ਦੀ, ਉਹ ਤੂੰ ਧਰੀ ਆ ਮੈਂ ਧਰੀ, ਰਹਿ ਰਲ ਜਾਏ ਦੋਹਾਂ ਫਕੀਰਾਂ ਦੀ, ਵਿਥ ਆਪਣੇ ਵਿੱਚ ਕੋਈ ਦਿਸਦੀ ਨਹੀਂ, ਐਵੇਂ ਵਿਥ ਹੈ ਬਣੀ ਸਰੀਰਾਂ ਦੀ। ਇੱਕ ਨੀ ਜਿਹੜੀ ਤੂੰ ਸਿਦਕ ਦੀ ਧਰੀ, ਅਸੀਂ ਸ਼ਹਾਦਤ ਦੇ ਰੂਪ ਵਿੱਚ ਅੱਜ ਸਿਦਕ ਦੀ ਨੀਂਹ ਰੱਖ ਰਹੇ ਹਾਂ। ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਹਜ਼ੂਰ ਸਾਈਂ ਮੀਆਂ ਮੀਰ ਵੱਲ ਵੇਖਦੇ ਨੇ, ਜ਼ਾਰੋ ਜ਼ਾਰ ਵੈਰਾਗ ਦੇ ਅਥਰੂ ਕਰ ਰਹੇ ਸਨ। ਸਾਹਿਬ ਨੇ ਪਿਆਰ ਨਾਲ ਬਚਨ ਕਹੇ, ਸਾਈਂ ਮੀਆਂ ਮੀਰ ਅੰਦਰ ਸ਼ਾਂਤ ਰੱਖ, ਨਾਮ ਜਪਣ ਵਾਲੇ ਸਹਿਜ ਵਿੱਚ ਟਿਕੇ ਰਹਿੰਦੇ ਨੇ, ਦੁਨੀਆ ਦਾ ਕੋਈ ਵੀ ਦੁੱਖ ਉਹਨਾਂ ਨੂੰ ਤਪਾ ਨਹੀਂ ਸਕਦਾ। ਸਾਈਂ ਮੀਆਂ ਮੀਰ ਅੰਦਰੋਂ ਤੜਫ ਕੇ ਕੋਈ ਗੱਲਾਂ ਕਹਿ ਰਿਹਾ ਸੀ, ਜਿਹਨੂੰ ਇੱਕ ਵਿਦਵਾਨ ਨੇ ਬੜੇ ਪਿਆਰ ਨਾਲ ਲਿਖਿਆ ਕਿ ਚਾਰੇ ਤਰਫੋਂ ਅੱਗ ਬਰਸੇ, ਸੇਕ ਸੀ ਤਨ ਸਾੜਦਾ, ਛਾਲੋ ਛਾਲੀ ਹੋ ਗਿਆ, ਯੁੱਸਾ ਸੱਚੀ ਸਰਕਾਰ ਦਾ, ਸਾਈਂ ਮੀਆਂ ਮੀਰ ਡਿੱਠਾ, ਹਾਲ ਆ ਯਦ ਯਾਰ ਦਾ, ਹੋ ਬਿਆਕਲ ਰੋ ਪਿਆ, ਰੋਵੇ ਤੇ ਤਾਹੀਂ ਮਾਰਦਾ। ਪਰ ਸਤਿਗੁਰੂ ਬੋਲੇ, ਸਾਈਂ ਜੀ ਕਿਆ ਕਰਤੇ ਹੋ, ਛੋਡੋ ਪ੍ਰੀਤੀ ਚਾਮ ਸੇ, क्या हुआ तन जल रहा है, हम शांत हैं हरि नाम से। हजूर उस नाम नाल शांत ने, जिन्हों सह बाणी अंदर दृढ़ कराउंदे ने, चंदन चंद न सरद रुत, मूल न मिटई घाम, शीतल थी वै नानका, जपंदड़ो हर नाम। उस चंदन दे रुख की तरह शांत ने, जिन्हों सैंकड़े सप भी लिपटे रहन तां भी चंदन की ठंडक नूं खत्म नहीं कर सकते। धन गुरु अर्जन देव महाराज हजूर ने बचन कहे, साईं जी एक करतार दे भाणे ਵਿੱਚ सब कुछ हो रहा है, रब दे हुक्म ਵਿੱਚ दखल ना देना, शांत चित रहना। साईं मियाँ मीर दर्शन करके मुड़न लगा, अंदरों एक हूक निकली, मानो अंदरला रो के ये गल कह रहा सी, ए दुनिया दे लोको साईं मियाँ मीर आया, रो रो के ये गल कहन लगा, ओ मेरा दिल जल गया, मेरा अरमान जल गया, मोमन हो के मैं अग विच जलां क्यों ना, अज वेखो ओ मेरा कुरान जड़ गया। मानो चंदू नूं ये गल कह रहा होवे, साईं मियाँ मीर ओए पंडिता, मंदरां विच केड़ी मनौत मनावे, तेरे सामने तेरा भगवान जल गया। धन गुरु अर्जन देव महाराज उस भगवान दी न्याई दुनिया नूं एक उपदेश दे रहे सन कि सच ताइयों सदा संसार विच कायम रहिंदा है, जिहड़े सच दी खातर कोई शादी दे के शहादत दे जाम पीण वाले परवाने मौजूद होण। अज धन गुरु अर्जन देव महाराज चौथा दिन गुजरिया, हजूर गुरु अर्जन देव सच्चे पातशाह उत्ते बड़े क्रोध विच तपे हुए चंदू ने, अज आखिरी दिन सी, इन्हें आके गुरु अर्जन साहब नूं इक्को वारी पुछिया, महाराज मनदे हो ते ठीक है, नहीं ते सरकार दा हुक्म है, इन्हां तसीयां विच हुण होर समा नहीं पाया जाना, अज तुहाडी जिंदगी दी कहानी मुक जाएगी, अज मैं आखिरी तसीहा देवांगा। गुरु अर्जन देव महाराज नूं तप दी लोह ते बिठाया, घंटियां बद्धी एक कड़ाहे विच रेत पा के उहनूं जालम अग बाल वाल के गर्म करते रहे। एक जलाद सद्या गया, इतिहास विच एक जलाद का नाम, इस जलाद का नाम गुरदित्ता पड़पूंजा आया। हुक्म किया जलादा, गुरु अर्जन साहब तत्ती तवी ते बैठन गए,
ਤੇ ਤਪਦੀ ਹੋਈ ਰੇਤ ਦੇ ਕੜਛੇ ਭਰ ਭਰ ਕੇ ਇਹਦੇ ਤਨ ਦੇ ਛਾਲਿਆਂ ਤੇ ਪਾਈ। ਮੈਂ ਵੇਖਾਂਗਾ ਗੁਰੂ ਅਰਜਨ ਸਾਹਿਬ ਅੱਜ ਈਨ ਕਿਵੇਂ ਨਹੀਂ ਮੰਨਦੇ। ਹਜ਼ੂਰ ਧੰਨ ਗੁਰੂ ਅਰਜਨ ਦੇਵ ਮਹਾਰਾਜ ਨੂੰ ਤੱਤੀ ਤਵੀ ਤੇ ਬਿਠਾਇਆ ਗਿਆ। ਤਪਦੀ ਹੋਈ ਰੇਤ ਕੜਛੇ ਭਰ ਭਰ ਕੇ ਜ਼ਲਾਦ ਪਾਉਣ ਲੱਗਾ। ਹਜ਼ੂਰ ਨੇਤਰ ਮੁੰਦ ਕੇ ਬੈਠੇ ਸਨ। ਅੱਜ ਪਤਾ ਸੀ ਦੀਵਾਨ ਚੰਦੂ ਨੂੰ ਕਿ ਇਹ ਤਸੀਹਾ ਮੈਂ ਆਖਰੀ ਦੇ ਰਿਹਾ, ਪਰ ਧੰਨ ਗੁਰੂ ਅਰਜਨ ਦੇਵ ਮਹਾਰਾਜ ਉਹ ਸੱਚ ਤੇ ਸਹਿਜ ਸ਼ਾਂਤੀ ਦੀ ਮੂਰਤ ਹਨ, ਜਿਨ੍ਹਾਂ ਉੱਤੇ ਚੰਦੂ ਵਰਗੇ ਭਾਵੇਂ ਲੱਖਾਂ ਦੀਵਾਨ ਲੱਖਾਂ ਤਸੀਹੇ ਦਿੰਦੇ ਰਹਿਣ, ਪਰ ਸੱਚ ਤੇ ਅੰਦਰ ਦੀ ਸ਼ਾਂਤੀ ਨੂੰ ਖਤਮ ਨਹੀਂ ਕਰ ਸਕਣਗੇ। ਹਜ਼ੂਰ ਨੂੰ ਇੱਕ ਵਾਰ ਤੱਤੀ ਤਵੀ ਤੇ ਬਿਠਾ ਕੇ ਰੇਤ ਦੇ ਕੁਝ ਕਰਸ਼ੇ ਪਾਏ ਤੇ ਪੁੱਛਣ ਲੱਗਾ, ਚੰਦੂ ਮਹਾਰਾਜ, ਜੇ ਅੱਜ ਤੁਹਾਡੀ ਮੌਤ ਹੋ ਜਾਏ ਤੇ ਮੇਰਾ ਇੱਕ ਸਰਕਾਰੀ ਫਰਜ਼ ਬਣਦਾ ਹੈ, ਜੇ ਕਿਸੇ ਨੂੰ ਸੰਸਾਰ ਵਿੱਚ ਮੌਤ ਦੀ ਸਜ਼ਾ ਦੇਣੀ ਹੋਵੇ ਤੇ ਇੱਕ ਕਾਨੂੰਨ ਤੇ ਧਰਮ ਕਹਿੰਦਾ ਹੈ ਕਿ ਉਸ ਮਰਨ ਵਾਲੇ ਦੀ ਆਖਰੀ ਖੁਆਇਸ਼ ਪੁੱਛੀ ਜਾਂਦੀ ਹੈ। ਗੁਰੂ ਅਰਜਨ ਦੇਵ ਮਹਾਰਾਜ ਤੋਂ ਤੱਤੀ ਤਵੀ ਤੇ ਬਿਠਾ ਕੇ ਆਖਰੀ ਖੁਆਇਸ਼ ਪੁੱਛੀ ਗਈ ਤੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਇੱਕ ਆਖਰੀ ਖੁਆਇਸ਼ ਦੱਸਦੇ ਨੇ। ਮੇਰੀ ਆਖਰੀ ਖੁਆਇਸ਼ ਕੀ ਹੈ? ਹਜ਼ੂਰ ਨੇ ਬਚਨ ਕਹੇ ਕਿ ਇਹ ਅਕਾਲ ਪੁਰਖ ਵਾਹਿਗੁਰੂ, ਮੈਂ ਖੁਆਇਸ਼ ਆਪਣੀ ਕਿਸੇ ਬੰਦੇ ਅੱਗੇ ਨਹੀਂ ਦੱਸਾਂਗਾ, ਆਪਣੀ ਅੰਤਮ ਇੱਛਾ ਗੁਰੂ ਅਰਜਨ ਦੇਵ ਮਹਾਰਾਜ ਮਾਨੋ ਉਸ ਰੱਬ ਦੇ ਅੱਗੇ ਕਹਿ ਰਹੇ ਹੋਣ। ਪਹਿਲੀ ਗੱਲ ਕਿ ਤੇਰਾ ਕੀਆ ਮਿੱਠਾ ਲੱਗੈ। ਜਦੋਂ ਗੱਲ ਅੰਤਮ ਇੱਛਾ ਪੁੱਛਣ ਦੀ ਆਈ ਤੇ ਗੁਰੂ ਅਰਜਨ ਸਾਹਿਬ ਤੱਤੀ ਤਵੀ ਤੇ ਬਹਿ ਕੇ ਵੀ ਅੰਤਮ ਇੱਛਾ ਰੱਬ ਕੋਲੋਂ ਇਹੋ ਮੰਗਦੇ ਨੇ, ਐ ਅਕਾਲ ਪੁਰਖ ਵਾਹਿਗੁਰੂ, ਮੇਰੀ ਅੰਤਮ ਇੱਕੋ ਹੀ ਇੱਛਾ ਹੈ ਕਿ ਹਰ ਨਾਮ ਪਦਾਰਥ ਨਾਨਕ ਮੰਗੈ। ਹਜ਼ੂਰ ਨੇ ਦੁਨੀਆ ਨੂੰ ਦੱਸ ਦਿੱਤਾ, ਸਿੱਖੋ, ਜਿਹਦੀ ਇੱਛਾ ਸਿਰਫ ਅਕਾਲ ਪੁਰਖ ਦਾ ਨਾਮ ਹੋਏਗਾ, ਉਹਨੂੰ ਦੁਨੀਆ ਵਿੱਚ ਕੋਈ ਦੁੱਖ ਤੇ ਕਸ਼ਟ ਕਦੇ ਤਪਾ ਨਹੀਂ ਸਕੇਗਾ। ਹਜ਼ੂਰ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਦੇ ਸੀਸ ਵਿੱਚ ਜ਼ਲਾਦ ਗੁਰਦਿੱਤੇ ਪੜਪੁੰਜੇ ਨੇ ਭਰ ਭਰ ਕੇ ਰੇਤ ਦੇ ਕੜਛੇ ਪਾਏ। ਰੇਤ ਪਾਉਂਦਿਆਂ ਪਾਉਂਦਿਆਂ ਜ਼ਲਾਦ ਦੇ ਹੱਥ ਰੁਕ ਗਏ। ਦੀਵਾਨ ਚੰਦੂ ਕ੍ਰੋਧ ਵਿੱਚ ਬੋਲਿਆ, ਜ਼ਲਾਦਾ ਰੁਕ ਕਿਉਂ ਗਿਆ? ਕੜਛੇ ਭਰ ਭਰ ਹਜ਼ੂਰ ਦੇ ਛਾਲਿਆਂ ਉੱਤੇ ਸੀਸ ਵਿੱਚ ਪਾਈ ਚੱਲ। ਮੈਂ ਵੇਖਣਾ ਚਾਹੁੰਦਾ ਕਿ ਗੁਰੂ ਅਰਜਨ ਦੇਵ ਮਹਾਰਾਜ ਕਿੰਨਾ ਕੁ ਚਿਰ ਆਪਣੇ ਸਿਦਕ ਤੇ ਕਾਇਮ ਰਹਿੰਦੇ ਨੇ। ਗੁਰਦਿੱਤਾ ਪੜਪੁੰਜਾ ਅੱਖਾਂ ਭਰ ਕੇ ਰੋਣ ਲੱਗਾ। ਇਤਿਹਾਸ ਵਿੱਚ ਪਹਿਲੀ ਵਾਰ ਹੋਇਆ ਜਦੋਂ ਕੋਈ ਜ਼ਲਾਦ ਜਿਹਦੇ ਹੱਥਾਂ ਚੋਂ ਸੈਂਕੜੇ ਲੋਕਾਂ ਦੀ ਮੌਤ ਹੋਈ ਹੋਵੇ, ਅੱਜ ਗੁਰੂ ਅਰਜਨ ਦੇਵ ਮਹਾਰਾਜ ਦੇ ਤਨ ਤੇ ਰੇਤ ਪਾਉਂਦਿਆਂ ਰੋ ਪਿਆ। ਹਜ਼ੂਰ ਨੇ ਧੀਮੀ ਆਵਾਜ਼ ਵਿੱਚ ਬੋਲ ਕੇ ਪੁੱਛਿਆ, ਜ਼ਲਾਦਾ ਤੂੰ ਕਿਉਂ ਰੋ ਰਿਹਾ ਹੈ? ਤੂੰ ਤੇ ਪੇਸ਼ਾਵਰ ਜ਼ਲਾਦ ਹੈ, ਤੇਰੇ ਦਿਲ ਵਿੱਚ ਤਰਸ ਕਿਵੇਂ? ਤੇ ਰੋਂਦੇ ਹੋਏ ਜ਼ਲਾਦ ਗੁਰਦਿੱਤੇ ਪੜਪੁੰਜੇ ਨੇ ਬਚਨ ਕਹੇ, ਗੁਰੂ ਅਰਜਨ ਦੇਵ ਮਹਾਰਾਜ, ਪਤਾ ਨਹੀਂ ਕਿਉਂ ਇਹਨਾਂ ਹੱਥਾਂ ਨੇ ਪਹਿਲਾਂ ਸੈਂਕੜੇ ਬੰਦਿਆਂ ਨੂੰ ਮੌਤ ਦੇ ਘਾਟ ਉਤਾਰਿਆ, ਪਰ ਪਹਿਲੀ ਵਾਰ ਹੋਇਆ ਕਿ ਕੋਈ ਤੱਤੀ ਤਵੀ ਤੇ ਬੈਠਾ ਹੋਵੇ ਤੇ ਤਪਦੀ ਤੱਤੀ ਰੇਤ ਮੈਂ ਉਹਦੇ ਸੀਸ ਵਿੱਚ ਪਾ ਰਿਹਾ ਹੋਵਾਂ। ਪਰ ਫਿਰ ਵੀ ਗੁਰੂ ਅਰਜਨ ਦੇਵ ਮਹਾਰਾਜ, ਤੁਹਾਡੇ ਦਰਸ਼ਨ ਕਰਕੇ ਮੇਰਾ ਤਨ ਮਨ ਸ਼ੀਤਲ ਹੋ ਰਿਹਾ ਹੈ। ਮਹਾਰਾਜ, ਤੁਹਾਡੇ ਵਰਗੀ ਠੰਡਕ ਇੰਜ ਮਹਿਸੂਸ ਹੁੰਦਾ ਹੈ ਜਿਵੇਂ ਜਿਹੜੇ ਖੁਦਾ ਦੀਆਂ ਲੋਕ ਮੰਦਰਾਂ ਮਸੀਤਾਂ ਵਿੱਚ ਗੱਲਾਂ ਕਰਦੇ ਨੇ, ਅੱਜ ਮੇਰੇ ਸਨਮੁਖ ਤੱਤੀ ਤਵੀ ਤੇ ਉਹ ਖੁਦਾ ਬੈਠਾ ਹੋਵੇ। ਹਜ਼ੂਰ ਗੁਰੂ ਅਰਜਨ ਦੇਵ ਮਹਾਰਾਜ ਪ੍ਰਸੰਨਤਾ ਦੇ ਘਰ ਵਿੱਚ ਆਏ। ਸਾਹਿਬ ਨੇ ਬਚਨ ਕਹੇ, ਜ਼ਲਾਦਾ ਇਸ ਪ੍ਰੇਮ ਨੂੰ ਅੰਦਰ ਸਾਂਭ ਕੇ ਰੱਖੀ, ਇਸ ਵੈਰਾਗ ਨੂੰ ਅੰਦਰ ਸਾਂਭ ਕੇ ਰੱਖ। ਇੱਕ ਦਿਨ ਸਮਾਂ ਆਏਗਾ, ਇਹ ਪ੍ਰੇਮ ਤੇ ਵੈਰਾਗ ਤੈਨੂੰ ਖੁਦਾ ਦੇ ਘਰ ਮੁਕਤੀ ਬਖਸ਼ਿਸ਼ ਕਰ ਦੇਵੇਗਾ। ਇੱਕ ਬੇਨਤੀ ਸਮਝਿਓ ਸਾਧ ਸੰਗਤ, ਕੈਸਾ ਸਤਿਗੁਰੂ ਹੈ, ਧਰਮ ਧੀਰ ਗੁਰਮਤਿ ਗੰਭੀਰ, ਪਰ ਦੁੱਖ ਵਿਸਾਰਨ। ਹਜ਼ੂਰ ਦੂਜਿਆਂ ਦਾ ਜਨਮ ਤੇ ਮਰਨ ਦਾ ਦੁੱਖ ਤੱਤੀ ਤਵੀ ਤੇ ਬਹਿ ਕੇ ਵੀ ਮਿਟਾ ਰਹੇ ਨੇ। ਐਸਾ ਸਤਿਗੁਰੂ ਜਿਹੜਾ ਤਨ ਉੱਤੇ ਤੱਤੀ ਰੇਤ ਪਾਉਣ ਵਾਲੇ ਜ਼ਲਾਦ ਨੂੰ ਵੀ ਤੱਤੀ ਤਵੀ ਤੇ ਬਹਿ ਕੇ ਮੁਕਤੀ ਦੇ ਰਿਹਾ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਨੇ ਬਚਨ ਕਹੇ, ਪਰ ਪੁੰਜਿਆ ਇਸ ਪ੍ਰੇਮ ਨੂੰ ਅੰਦਰ ਸੰਭਾਲ ਕੇ ਰੱਖੀ, ਜਾਂ ਇਸ ਜਨਮ ਵਿੱਚ ਗੁਰੂ ਨਾਨਕ ਤੈਨੂੰ ਮੁਕਤੀ ਬਖਸ਼ਣਗੇ। ਗੁਰਦਿੱਤੇ ਪੜਪੁੰਜੇ ਨੇ ਹਜ਼ੂਰ ਦੇ ਤਨ ਉੱਤੇ ਭਰ ਭਰ ਕੇ ਉਹ ਕੜਛੇ ਰੇਤ ਦੇ ਪਾਏ। ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਸ਼ਾਂਤ ਚਿੱਤ ਅਡੋਲ ਬੈਠੇ ਰਹੇ।
ਹੁਣ ਗੁਰਦਿੱਤਾ ਪੜਭੁੰਜਾ ਰੇਤ ਦਾ ਕੜਛਾ ਤੇ ਪਾਉਂਦਾ, ਪਰ ਰਸਨਾ ਤੋਂ ਨਾਲ ਨਾਲ ਕਹਿੰਦਾ ਧੰਨ ਗੁਰੂ ਅਰਜਨ ਦੇਵ, ਧੰਨ ਗੁਰੂ ਅਰਜਨ ਦੇਵ। ਹਜ਼ੂਰ ਦਾ ਤਨ ਨਿਰਬਲ ਹੋ ਗਿਆ। ਦੀਵਾਨ ਚੰਦੂ ਹਜ਼ੂਰ ਵੱਲ ਵੇਖ ਨਾ ਸਕੇ। ਇਹਨੇ ਹੁਕਮ ਕੀਤਾ ਕਿ ਸਾਹਿਬ ਦੇ ਤਨ ਨੂੰ ਤੱਤੀ ਲੋਹ ਤੋਂ ਲਾਇਆ ਜਾਵੇ। ਅਗਲਾ ਦਿਨ ਆਖਰੀ ਸੀ, ਜਿੱਦਣ ਧੰਨ ਗੁਰੂ ਅਰਜਨ ਦੇਵ ਮਹਾਰਾਜ ਦੇ ਤਨ ਨੂੰ ਬਹਿੰਦੇ ਹੋਏ ਰਾਵੀ ਦੇ ਉਸ ਪਾਣੀ ਵਿੱਚ ਸੁੱਟਿਆ ਤੇ ਹਜ਼ੂਰ ਜਦੋਂ ਪਾਣੀ ਦੇ ਕੰਢੇ ਪਹੁੰਚੇ, ਇੱਕੋ ਹੀ ਵਚਨ ਸਾਹਿਬ ਨੇ ਕਿਹਾ ਸੀ ਕਿ ਸਾਡਾ ਹੁਣ ਡੇਰਾ ਆ ਗਿਆ। ਉਹ ਡੇਰਾ ਜਿਹਨੂੰ ਸਤਿਗੁਰੂ ਜੀ ਬਾਣੀ ਅੰਦਰ ਸਮਝਾਉਂਦੇ ਸਨ, ਡੱਡਾ ਡੇਰਾ ਇਹ ਨਹੀਂ, ਜਹ ਡੇਰਾ ਤੈ ਜਾਨ, ਉਹਾਂ ਡੇਰਾ ਕੋ ਸੰਜਮੋ, ਗੁਰ ਕੈ ਸ਼ਬਦ ਪਛਾਨ। ਜਿੱਥੇ ਸਾਹਿਬ ਨੇ ਖਲੋ ਕੇ ਕਿਹਾ ਸਾਡਾ ਹੁਣ ਡੇਰਾ ਆ ਗਿਆ, ਅੱਜ ਉਸ ਅਸਥਾਨ ਤੇ ਹਜ਼ੂਰ ਸੱਚੇ ਪਾਤਸ਼ਾਹ ਦੀ ਯਾਦ ਵਿੱਚ ਜਿਹੜਾ ਗੁਰਦੁਆਰਾ ਸੁਸ਼ੋਭਿਤ ਹੋਇਆ, ਉਹਦਾ ਨਾਮ ਵੀ ਗੁਰਦੁਆਰਾ ਡੇਰਾ ਸਾਹਿਬ ਰੱਖਿਆ ਗਿਆ। ਧੰਨ ਗੁਰੂ ਅਰਜਨ ਦੇਵ ਮਹਾਰਾਜ ਹਜ਼ੂਰ ਸ਼ਹਾਦਤ ਦਾ ਜਾਮ ਪੀ ਗਏ। ਸ੍ਰੀ ਅੰਮ੍ਰਿਤਸਰ ਸਾਹਿਬ ਦੀ ਪਾਵਨ ਧਰਤੀ ਤੇ ਇੱਕ ਖਬਰ ਪਹੁੰਚੀ ਕਿ 30 ਮਈ ਸਨ 1606 ਨੂੰ ਗੁਰੂ ਅਰਜਨ ਦੇਵ ਮਹਾਰਾਜ ਸ਼ਹਾਦਤ ਦਾ ਜਾਮ ਪੀ ਗਏ। ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ। ਪਰ ਹਜ਼ੂਰ ਧੰਨ ਗੁਰੂ ਅਰਜਨ ਦੇਵ ਮਹਾਰਾਜ ਦੁਨੀਆ ਨੂੰ ਇੱਕ ਗੱਲ ਦੱਸ ਗਏ, ਸੰਸਾਰ ਦੇ ਲੋਕੋ, ਸੁੱਖ ਪ੍ਰਾਪਤ ਕਰਨ ਵਾਸਤੇ ਦੁੱਖ ਵਾਲੀ ਪੀੜਾ ਵਿੱਚੋਂ ਜ਼ਰੂਰ ਗੁਜ਼ਰਨਾ ਪੈਂਦਾ ਹੈ। ਜਿਨ੍ਹਾਂ ਕੌਮਾਂ ਨੇ ਆਜ਼ਾਦੀ ਲੈਣੀ ਹੋਵੇ, ਉਹਨਾਂ ਨੂੰ ਤਨ ਦੀ ਆਹੂਤੀ ਦੇ ਕੇ ਖੂਨ ਜ਼ਰੂਰ ਡੋਲਣਾ ਪੈਂਦਾ ਹੈ। ਸੋਨਾ ਉਦੋਂ ਹੀ ਚਮਕ ਕੇ ਉਹਦੀ ਕੀਮਤ ਪੈਂਦੀ ਹੈ ਜਦੋਂ ਸੁਨਿਆਰ ਦੀ ਕੋਠਾਲੀ ਦੀ ਅੱਗ ਵਿੱਚ ਸੜਦਾ ਹੈ। ਕੋਈ ਮੋਤੀ ਕਿਸੇ ਦੇ ਗਲੇ ਦਾ ਸ਼ਿੰਗਾਰ ਉਦੋਂ ਬਣਦਾ ਹੈ ਜਦੋਂ ਆਪਣਾ ਤਨ ਤਿੱਖੀ ਸੂਈ ਨਾਲ ਵਿਜਵਾਉਂਦਾ ਹੈ। ਇਹ ਸੱਚ ਹੈ ਕਿ ਮਹਿੰਦੀ ਸੰਸਾਰ ਵਿੱਚ ਸਗਨਾਂ ਦਾ ਰੰਗ ਉਦੋਂ ਦਿੰਦੀ ਹੈ ਜਦੋਂ ਆਪਣਾ ਆਪ ਪਿਸਾ ਲੈਂਦੀ ਹੈ। ਹਜ਼ੂਰ ਨੇ ਬਚਨ ਕਿਹਾ, ਸੰਸਾਰ ਦੇ ਲੋਕੋ, ਸੱਚ ਦਾ ਰੰਗ ਫੈਲਾਉਣ ਵਾਸਤੇ ਸੱਚ ਨੂੰ ਆਪਣਾ ਆਪ ਕੁਰਬਾਨ ਕਰਨਾ ਪੈਂਦਾ ਹੈ। ਸੱਚ ਕਦੇ ਨਹੀਂ ਮਿਟੇਗਾ, ਕਿਉਂਕਿ ਸੱਚ ਉਹ ਸੂਰਜ ਹੈ ਜਿਹੜਾ ਸੰਸਾਰ ਵਿੱਚ ਸਦਾ ਵਾਸਤੇ ਅਮਰ ਰਹਿੰਦਾ ਹੈ। ਧੰਨ ਗੁਰੂ ਅਰਜਨ ਦੇਵ ਮਹਾਰਾਜ ਦੀ ਸ਼ਹਾਦਤ ਤੋਂ ਬਾਅਦ ਹਜ਼ੂਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਗੁਰਤਾ ਗੱਦੀ ਤੇ ਬੈਠੇ ਨੇ। ਸਾਹਿਬ ਨੇ ਬਹਿੰਦਿਆਂ ਸਾਰ 2 ਸ਼ਮਸ਼ੀਰਾਂ ਪਹਿਨੀਆਂ, ਇੱਕ ਮੀਰੀ ਦੀ, ਇੱਕ ਪੀਰੀ ਦੀ। ਕੁਝ ਚਿਰਾਂ ਬਾਅਦ ਹਜ਼ੂਰ ਨੇ ਸ਼੍ਰੀ ਅਕਾਲ ਤਖਤ ਸਾਹਿਬ ਸਥਾਪਿਤ ਕੀਤਾ ਤਾਂ ਜੋ ਦੁਨੀਆ ਦੇ ਪਲੇਟਫਾਰਮ ਤੇ 2 ਚੀਜ਼ਾਂ ਇੱਕੋ ਜਗ੍ਹਾ ਤੇ ਇਕੱਠੀਆਂ ਕੀਤੀਆਂ ਜਾ ਸਕਣ, ਭਗਤੀ ਤੇ ਸ਼ਕਤੀ, ਰਵਾਬ ਤੇ ਨਗਾਰਾ, ਮੀਰੀ ਤੇ ਪੀਰੀ। ਹਜ਼ੂਰ ਨੇ ਇੱਕੋ ਜਗ੍ਹਾ ਤੇ ਲਿਆ ਕੇ ਇਕੱਠੀ ਕਰ ਦਿੱਤੀ। ਅੱਜ ਧੰਨ ਗੁਰੂ ਨਾਨਕ ਦੇਵ ਮਹਾਰਾਜ ਦੇ ਘਰ ਵਿੱਚ ਉਸ ਚੀਜ਼ ਵਿੱਚ ਪ੍ਰਵੇਸ਼ ਕੀਤਾ ਜਾ ਰਿਹਾ ਹੈ ਜਿੱਥੇ ਇਹ ਗੱਲਾਂ ਸਭ ਤੋਂ ਪਹਿਲਾਂ ਸਿਖਾਈਆਂ ਗਈਆਂ ਸੀ। ਜੋ ਤੋ ਪ੍ਰੇਮ ਖਿਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ। ਇਤ ਮਾਰਗ ਪੈਰ ਧਰੀਜੈ, ਸਿਰ ਦੀਜੈ ਕਾਣ ਨਾ ਕੀਜੈ। ਗੁਰੂ ਅਰਜਨ ਦੇਵ ਮਹਾਰਾਜ ਇੱਕ ਸ਼ਹਾਦਤ ਦਾ ਪੂਰਨਾ ਪਾ ਗਏ ਕਿ ਦੁਨੀਆ ਦੇ ਲੋਕੋ, ਸੁੱਖਾਂ ਦੇ ਮਹਿਲ ਵਿੱਚ ਪ੍ਰਵੇਸ਼ ਕਰਨ ਲਈ ਦੁੱਖਾਂ ਦੀਆਂ ਵੀਹਾਂ ਚੋਂ ਗੁਜ਼ਰਨਾ ਪੈਂਦਾ ਹੈ। ਹਜ਼ੂਰ ਨੇ ਇਸ ਗੱਲ ਦੀ ਵਿਆਖਿਆ ਕਰ ਦਿੱਤੀ, ਪਹਿਲਾਂ ਮਰਨ ਕਬੂਲ, ਜੀਵਨ ਕੀ ਛੱਡ ਆਸ, ਹੋ ਸਭਨਾ ਕੀ ਰੇਣੁਕਾ, ਤੋ ਆਓ ਹਮਾਰੇ ਪਾਸ। ਧੰਨ ਗੁਰੂ ਅਰਜਨ ਦੇਵ ਮਹਾਰਾਜ ਦੀ ਸ਼ਹਾਦਤ ਤੋਂ ਬਾਅਦ ਇੱਕ ਬੜੀ ਪਿਆਰੀ ਗੱਲ ਹੋਈ। ਜਿਹੜੇ ਬਚਨ ਹਜ਼ੂਰ ਨੇ ਤੱਤੀ ਤਵੀ ਤੇ ਬਹਿ ਕੇ ਕਹੇ ਸੀ ਕਿ ਇਹ ਪੜਭੁੰਜੇ ਜਲਾਦ, ਅੰਦਰ ਦੇ ਪ੍ਰੇਮ ਨੂੰ ਸਾਂਭ ਕੇ ਰੱਖੀ। ਇਹ ਪ੍ਰੇਮ ਇੱਕ ਦਿਨ ਤੈਨੂੰ ਮੁਕਤੀ ਦੇ ਘਰ ਵਿੱਚ ਥਾਂ ਦੇਗਾ। ਔਰ ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਦੇ ਬੋਲ ਸਤ ਹੋਏ। ਕੁਝ ਮਹੀਨੇ ਸਾਲ ਗੁਜ਼ਰੇ। ਬਾਦਸ਼ਾਹ ਜਹਾਂਗੀਰ ਆਪਣੀ ਭੁੱਲ ਗਲਤੀ ਦਾ ਅਹਿਸਾਸ ਕਰਨ ਲੱਗਾ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਬੇਨਤੀ ਕੀਤੀ, ਦੀਵਾਨ ਚੰਦੂ ਨੂੰ ਦਿੱਲੀ ਦੇ ਔਰ ਲਾਹੌਰ ਦੇ ਸਿੱਖਾਂ ਦੇ ਹਵਾਲੇ ਕੀਤਾ। ਦਿੱਲੀੋਂ ਚੱਲ ਕੇ ਦੀਵਾਨ ਚੰਦੂ ਲਾਹੌਰ ਪਹੁੰਚਿਆ। ਇੱਥੋਂ ਦੇ ਸਿੱਖ ਦੀਵਾਨ ਚੰਦੂ ਨੂੰ ਮਾਰਨ ਲੱਗੇ। ਉਹੀਓ ਪੜਭੁੰਜਾ ਜਲਾਦ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਤੋਂ ਬਾਅਦ ਮਾਨੋ ਸੰਸਾਰ ਦੀ ਨਜ਼ਰ ਵਿੱਚ ਬਾਬਰਾ ਹੋ ਗਿਆ। ਲੋਕ ਕਹਿੰਦੇ ਨੇ ਕਿ ਪੜਭੁੰਜਾ ਜਲਾਦ ਪਾਗਲ ਹੋ ਗਿਆ, ਗਲੀ ਗਲੀ ਕਰਸ਼ਾ ਲੈ ਕੇ ਘੁੰਮਦਾ, ਰੋਜ਼ ਜਪਦਾ ਧੰਨ ਗੁਰੂ ਅਰਜਨ ਦੇਵ, ਧੰਨ ਗੁਰੂ ਅਰਜਨ ਦੇਵ। ਅੱਜ ਜਦੋਂ ਦੀਵਾਨ ਚੰਦੂ ਸਿੱਖਾਂ ਦੇ ਹਵਾਲੇ ਕੀਤਾ, ਉਹੀਓ ਪੜਭੁੰਜੇ ਜਲਾਦ ਨੇ ਲਾਹੌਰ ਦੀਆਂ ਗਲੀਆਂ ਵਿੱਚ ਕੜਛੇ ਮਾਰ ਮਾਰ ਕੇ ਦੀਵਾਨ ਚੰਦੂ ਨੂੰ ਮਾਰ ਦਿੱਤਾ
ਤੇ ਅੰਤਮ ਵੇਲੇ ਆਪਣੇ ਸਵਾਸ ਤਿਆਗਣ ਲੱਗਿਆ ਉਹਦੀ ਰਸਨਾ ਤੇ ਇੱਕੋ ਹੀ ਬੋਲ ਸਨ, ਧੰਨ ਗੁਰੂ ਅਰਜਨ ਦੇਵ, ਧੰਨ ਗੁਰੂ ਅਰਜਨ ਦੇਵ। ਇੱਕ ਬੇਨਤੀ ਸਮਝਿਓ ਸਾਧ ਸੰਗਤ, ਅੱਜ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਉਹ ਬੋਲ ਚੇਤੇ ਆਏ ਮਨਾ, ਜਿਹੜੀ ਗੱਲ ਭੱਟ ਸਾਹਿਬਾਨ ਕਹਿੰਦੇ ਨੇ ਕਿ ਕੋਈ ਰਾਮ ਕਹੇ ਉਹਦੀ ਮੁਕਤੀ ਹੋਏਗੀ, ਕੋਈ ਹਿਰਦੇ ਤੋਂ ਸੱਚ ਹਿਰਦੇ ਪ੍ਰੇਮ ਵਿਰਾਗ ਵਿੱਚ ਆ ਕੇ ਭਿੱਜ ਕੇ ਗੋਬਿੰਦ ਜਪੇ ਉਹਦੀ ਮੁਕਤੀ ਹੋਏਗੀ, ਕੋਈ ਨਾਰਾਇਣ ਜਪੇ, ਅੱਲਾਹ ਕਹੇ, ਬੀਠਲ ਕਹੇ, ਵਾਹਿਗੁਰੂ ਕਹੇ, ਇਹ ਸਭ ਰੱਬ ਦੇ ਨਾਮ ਨੇ। ਪਰ ਭੱਟ ਮਥੁਰਾ ਜੀ ਇੱਕ ਗੱਲ ਕਹਿੰਦੇ, ਦੁਨੀਆ ਦੇ ਲੋਕੋ, ਮੈਨੂੰ ਇੱਕ ਗੱਲ ਮਹਿਸੂਸ ਹੋਈ ਕਿ ਜੇ ਕੋਈ ਹਿਰਦੇ ਤੋਂ ਪ੍ਰੇਮ ਵਿੱਚ ਭਿੱਜ ਕੇ ਧੰਨ ਗੁਰੂ ਅਰਜਨ ਸਾਹਿਬ ਕਹੇ, ਉਹਨੂੰ ਵੀ ਮੁਕਤੀ ਅਵਸ਼ ਮਿਲੇਗੀ, ਕਿਉਂਕਿ ਅਰਜਨ ਦੇਵ ਨਾਮ ਹੁਣ ਕਿਸੇ ਸਰੀਰ ਵਿਅਕਤੀ ਦਾ ਨਹੀਂ, ਅਰਜਨ ਦੇਵ ਨਾਮ ਉਸ ਇਲਾਹੀ ਸ਼ਕਤੀ ਨਿਰੰਕਾਰ ਰੱਬ ਦਾ ਹੋ ਗਿਆ। ਧੰਨ ਗੁਰੂ ਅਰਜਨ ਸਾਹਿਬ ਦੀ ਉਸਤਤ ਵਿੱਚ ਭੱਟ ਇੱਕ ਬਚਨ ਕਹਿੰਦੇ ਨੇ, ਜਬ ਲਓ ਨਹੀਂ ਭਾਗ ਲਿਲਾਰ ਉਦੈ, ਜਿੰਨੀ ਦੇਰ ਲਿਲਾਰ ਕਹਿੰਦੇ ਨੇ ਮੱਥੇ ਨੂੰ, ਮਸਤਕ ਦੇ ਭਾਗ ਉਦੇ ਨਹੀਂ ਸੀ ਹੋਏ, ਉਨੀ ਦੇਰ ਅਸੀਂ ਭਟਕ ਰਹੇ ਸੀ। ਸੰਸਾਰ ਦੇ ਗਹਿਰੇ ਵਿਕਾਰਾਂ ਦੇ ਸਮੁੰਦਰ ਵਿੱਚ ਬਾਰ-ਬਾਰ ਜਨਮ ਹੋ ਰਿਹਾ ਸੀ ਤੇ ਪਛਤਾਤਾਪ ਵਿੱਚ ਬਾਰ-ਬਾਰ ਜਨਮ ਮਰਨ ਦਾ ਦੁੱਖ ਭੋਗਦੇ ਸੀ। ਪਰ ਹੁਣ ਭਾਗ ਜਾਗੇ, ਗੁਰੂ ਅਰਜਨ ਸਾਹਿਬ ਦੇ ਦਰਸ਼ਨ ਹੋਏ। ਦੁਨੀਆ ਦੇ ਲੋਕੋ, ਅਸਲ ਤੱਤ ਇਹ ਵੇ ਕਿ ਗੁਰੂ ਅਰਜਨ ਸਾਹਿਬ ਸ੍ਰਿਸ਼ਟੀ ਦੇ ਉਧਾਰ ਵਾਸਤੇ ਧਰਤੀ ਤੇ ਆਏ। ਜਿਹੜਾ ਹਿਰਦੇ ਤੋਂ ਪ੍ਰੇਮ ਵਿੱਚ ਭਿੱਜ ਕੇ ਗੁਰੂ ਅਰਜਨ ਸਾਹਿਬ ਦਾ ਨਾਮ ਜਪੇ, ਉਹਨੂੰ ਮੁਕਤੀ ਅਵਸ਼ ਮਿਲੇਗੀ। ਜਬ ਲਓ ਨਹੀਂ ਭਾਗ ਲਿਲਾਰ ਉਦੈ, ਤਬ ਲਓ ਭ੍ਰਮ ਤੇ ਫਿਰਤੇ ਬਹੁਤ ਆਇਓ, ਕਲ ਘੋਰ ਸਮੁੰਦਰ ਮੈਂ ਬੂੜਤ ਥੇ, ਕਬ ਹੂੰ ਮਿਟ ਹੈ ਨਹੀਂ ਰੇ ਪਛਤਾਇਓ। ਉੱਥੇ ਬਚਨ ਕਹੇ, ਤਤ ਵਿਚਾਰ ਜਹ ਮਥੁਰਾ, ਜਗ ਤਾਰਨ ਕੋ ਅਵਤਾਰ ਬਣਾਇਓ, ਜਪਿਓ ਜਿਨ ਅਰਜਨ ਦੇਵ ਗੁਰੂ, ਫਿਰ ਸੰਕਟ ਜੋਨ ਗਰਭ ਨਾ ਆਇਓ। ਸਾਧ ਸੰਗਤ, ਇਹ ਸੱਚ ਹੈ, ਜੇ ਮਰਨ ਲੱਗਿਆਂ ਜਲਾਦ ਪੜਭੁੰਜੇ ਨੇ ਧੰਨ ਗੁਰੂ ਅਰਜਨ ਸਾਹਿਬ ਜਪਿਆ ਤੇ ਉਹਨੂੰ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਮੁਕਤੀ ਵੀ ਜ਼ਰੂਰ ਦਿੱਤੀ ਹੋਏਗੀ। ਧੰਨ ਗੁਰੂ ਅਰਜਨ ਦੇਵ ਮਹਾਰਾਜ, ਜਿਨ੍ਹਾਂ ਦਾ ਅੱਜ ਸ਼ਹੀਦੀ ਪੁਰਬ ਸਮੁੱਚਾ ਵਿਸ਼ਵ ਸ਼ਰਧਾ ਪ੍ਰੇਮ ਤੇ ਭਾਵਨਾ ਨਾਲ ਮਨਾ ਰਿਹਾ ਹੈ। ਇੱਕ ਬੇਨਤੀ ਸਮੂਹ ਸਾਧ ਸੰਗਤ ਦੇ ਚਰਨਾਂ ਵਿੱਚ ਕਰਾਂ। ਸਾਧ ਸੰਗਤ, ਜਿਹੜਾ ਸਤਿਗੁਰੂ ਤੱਤੀ ਤਵੀ ਤੇ ਬੈਠ ਕੇ ਤੱਤੀ ਰੇਤ ਸੀਸ ਵਿੱਚ ਪਾਉਣ ਵਾਲੇ ਜਲਾਦਾਂ ਨੂੰ ਮੁਕਤ ਕਰ ਸਕਦਾ ਹੈ, ਆਪਣੇ ਸਿੱਖਾਂ ਨੂੰ ਮੁਕਤ ਕਿਉਂ ਨਹੀਂ ਕਰੇਗਾ? ਪਰ ਲੋੜ ਵਿਸ਼ਵਾਸ ਤੇ ਪ੍ਰੇਮ ਦੀ ਹੈ। ਸਤਿਗੁਰਾਂ ਇੱਕ ਬਚਨ ਕਿਹਾ, ਸਿੱਖਾ ਤੇਰਾ ਤੇ ਮੇਰਾ ਰਿਸ਼ਤਾ ਪ੍ਰੇਮ ਔਰ ਵਿਸ਼ਵਾਸ ਦੇ ਸਿਰ ਤੇ ਖੜਾ ਹੈ। ਜੇ ਪ੍ਰਤੀਤ ਤੇ ਭਰੋਸਾ ਗਵਾ ਬੈਠਾ, ਰਿਸ਼ਤਾ ਟੁੱਟ ਜਾਏਗਾ। ਦੁਨੀਆ ਵਿੱਚ ਹਰ ਰਿਸ਼ਤਾ ਪ੍ਰੇਮ ਤੇ ਵਿਸ਼ਵਾਸ ਦੇ ਸਿਰ ਤੇ ਨਿਭਦਾ ਹੈ। ਭਾਵੇਂ ਭਰਾ ਤੇ ਭਰਾ ਦਾ ਰਿਸ਼ਤਾ ਹੋਵੇ, ਭਾਵੇਂ ਪਤੀ ਤੇ ਪਤਨੀ ਦਾ ਰਿਸ਼ਤਾ ਹੋਵੇ, ਭਾਵੇਂ ਪਿਓ ਤੇ ਪੁੱਤਰ ਦਾ ਰਿਸ਼ਤਾ ਹੋਵੇ, ਪ੍ਰੇਮ ਤੇ ਵਿਸ਼ਵਾਸ ਹੈ। ਪਿਓ ਪੁੱਤਰ ਦੇ ਨਾਮ ਸਭ ਕੁਝ ਕਰ ਦਿੰਦਾ ਹੈ। ਜਿੱਦਣ ਵਿਸ਼ਵਾਸ ਟੁੱਟਦਾ ਹੈ, ਉਦਣ ਦੋ ਕਾਗਜ਼ਾਂ ਤੇ ਲਿਖ ਕੇ ਆਪਣੀ ਚਲ ਅਚਲ ਜਾਇਦਾਦ ਤੋਂ ਬੇਦਖਲ ਕਰ ਦਿੰਦਾ ਹੈ। ਗੁਰੂ ਨੇ ਸਿੱਖ ਲਈ ਇਹੋ ਕੰਡੀਸ਼ਨ ਸ਼ਰਤ ਰੱਖੀ, ਸਿੱਖਾ ਪ੍ਰੇਮ ਤੇ ਵਿਸ਼ਵਾਸ ਨਾਲ ਭਰ ਕੇ ਆਈ। ਜੋ ਕੁਝ ਮੇਰਾ ਹੈ ਉਹ ਮੈਂ ਤੈਨੂੰ ਸੌਂਪ ਦਾਂਗਾ। ਜੋ ਕਿਛ ਠਾਕੁਰ ਕਾ ਸੋ ਸੇਵਕ ਕਾ, ਸੇਵਕ ਠਾਕੁਰ ਹੀ ਸੰਗ ਜ਼ਾਹਰ ਜੀਓ। ਪਰ ਇੱਕ ਸ਼ਰਤ ਰੱਖੀ, ਸਿੱਖਾ ਜਿੱਦਣ ਪ੍ਰਤੀਤ ਭਰੋਸਾ ਗਵਾ ਬੈਠਾ, ਉਦਣ ਤੇਰਾ ਤੇ ਮੇਰਾ ਰਿਸ਼ਤਾ ਖਤਮ ਹੋ ਜਾਏਗਾ। ਆਪਣੀ ਪ੍ਰਤੀਤ ਆਪ ਹੀ ਖੋਵੈ, ਬਹੁਰ ਉਸਕਾ ਵਿਸ਼ਵਾਸ ਨਾ ਹੋਵੇ। ਇੱਕ ਬੇਨਤੀ ਉਚੇਚੇ ਤੌਰ ਤੇ ਸਮੁੱਚੀਆਂ ਸਿੱਖ ਸੰਗਤਾਂ ਲਈ। ਸਾਧ ਸੰਗਤ, ਪਿਛਲੇ ਵਰੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਸ਼ਹੀਦੀ ਪੁਰਬ ਤੇ ਛਬੀਲਾਂ ਥਾਂ ਥਾਂ ਲੱਗੀਆਂ ਸਨ। ਦੋ ਨੌਜਵਾਨ ਹਿੰਦੂ ਜੈਂਟਲਮੈਨ ਇੱਕ ਮੋਟਰਸਾਈਕਲ ਤੇ ਬੈਠੇ ਉਸ ਅੱਡੇ ਤੋਂ ਗੁਜ਼ਰੇ। ਛਬੀਲ ਤੇ ਰੁਕ ਕੇ ਠੰਡਾ ਜਲ ਪੀਤਾ। ਪਿੱਛੇ ਬੈਠਾ ਹੋਇਆ ਨੌਜਵਾਨ ਅੱਗੇ ਚਲਾਉਣ ਵਾਲੇ ਨੂੰ ਪੁੱਛਦਾ ਕਿ ਕੀ ਗੱਲ, ਅੱਜ ਹਰ ਅੱਡੇ ਉੱਤੇ ਮਿੱਠਾ ਜਲ ਇਹ ਸਿੱਖ ਕਿਉਂ ਛਕਾਉਂਦੇ ਨੇ? ਇੰਨੀ ਭੀੜ, ਇੰਨੀ ਸ਼ਰਧਾ ਨਾਲ ਇਹ ਛਬੀਲਾਂ ਲੰਗਰ ਕਿਉਂ ਲੱਗੇ? ਤੇ ਅੱਗੇ ਵਾਲੇ ਨੌਜਵਾਨ ਨੇ ਸਹਿਜ ਸੁਭਾਏ ਕਿਹਾ ਕਿ ਮੈਨੂੰ ਤੇ ਪਤਾ ਨਹੀਂ, ਜਾਪਦਾ ਇਹਨਾਂ ਦੇ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਪੁਰਬ ਜਨਮ ਦਿਹਾੜਾ ਹੋਣਾ, ਤਾਈਓ ਇੰਨੀ ਖੁਸ਼ੀ ਮਨਾਉਂਦੇ। ਸਾਧ ਸੰਗਤ, ਬੜੇ ਦੁੱਖ ਦੀ ਗੱਲ,
ਲੱਖਾਂ ਰੁਪਈਆ ਲਾ ਕੇ ਥਾਂ ਥਾਂ ਤੇ ਮਿੱਠਾ ਠੰਡਾ ਜਲ ਆਪਾਂ ਛਬੀਲਾਂ ਲਾ ਕੇ ਛਕਾਇਆ, ਪਰ ਇੰਨਾ ਉਦਮ ਨਾ ਕੀਤਾ ਕਿ ਉਸ ਇਲਾਹੀ ਸ਼ਹਾਦਤ ਧੰਨ ਗੁਰੂ ਅਰਜਨ ਦੇਵ ਮਹਾਰਾਜ ਸ਼ਹੀਦਾਂ ਦੇ ਸਰਤਾਜ ਸਤਿਗੁਰ ਦੀ ਸ਼ਹਾਦਤ ਬਾਰੇ ਦੁਨੀਆ ਨੂੰ ਦੱਸ ਸਕੀਏ। ਦੁਨੀਆ ਦੇ ਲੋਕੋ, ਅੱਜ ਉਸ ਗੁਰੂ ਦੀ ਸ਼ਹਾਦਤ ਹੈ ਜਿਹਨੂੰ ਬੜੇ ਗਰਵ ਤੇ ਮਾਣ ਨਾਲ ਸਿੱਖ ਸ਼ਹੀਦਾਂ ਦਾ ਸਰਤਾਜ ਕਹਿੰਦਾ। ਸ਼ਹੀਦਾਂ ਦੇ ਸਰਤਾਜ ਕਿਉਂ? ਗੁਰੂ ਅਰਜਨ ਦੇਵ ਮਹਾਰਾਜ ਤੋਂ ਪਹਿਲਾਂ ਕਈਆਂ ਦਾ ਇਹ ਸਵਾਲ ਉੱਠਦਾ ਹੈ ਕਿ ਗੁਰੂ ਅਰਜਨ ਸਾਹਿਬ ਵੀ ਸ਼ਹੀਦਾਂ ਦੇ ਸਰਤਾਜ ਕਿਵੇਂ? ਹਜ਼ੂਰ ਦੀ ਸ਼ਹਾਦਤ ਤੋਂ ਪਹਿਲਾਂ ਅੱਗ ਵਾਲੀਆਂ ਸਜ਼ਾਵਾਂ ਪਹਿਲਾਂ ਵੀ ਇਤਿਹਾਸ ਵਿੱਚ ਤਵਾਰੀਖ ਵਿੱਚ ਕਈਆਂ ਨੂੰ ਦਿੱਤੀਆਂ। ਪ੍ਰਹਿਲਾਦ ਵਾਸਤੇ ਅੱਗ ਦਾ ਤਪਦਾ ਥੰਮ ਕਾਇਮ ਕੀਤਾ। ਇਬਰਾਹੀਮ ਵਾਸਤੇ ਅੱਗ ਦੇ ਬਲਦੇ ਹੋਏ ਅੰਗਾਰੇ ਨਮਰੂਦ ਨੇ ਰੱਖੇ। ਫਿਰ ਗੁਰੂ ਅਰਜਨ ਦੇਵ ਮਹਾਰਾਜ ਸ਼ਹੀਦਾਂ ਦੇ ਸਰਤਾਜ ਕਿਵੇਂ? ਇੱਕ ਬੇਨਤੀ ਸਮਝਿਓ, ਜਦੋਂ ਅੱਗ ਦੇ ਅੰਗਾਰਿਆਂ ਤੇ ਇਬਰਾਹੀਮ ਚੱਲਣ ਲੱਗਾ, ਉਹਨੇ ਖੁਦਾ ਨਾਲ ਰੋਸ ਕੀਤਾ, ਯਾ ਖੁਦਾ, ਮੈਂ ਤੇ ਤੇਰੀ ਇਬਾਦਤ ਕਰਦਾ ਰਿਹਾ, ਮੇਰਾ ਦੋਸ਼ ਵੀ ਕੋਈ ਨਹੀਂ। ਸੱਚ ਕਹਿਣ ਵਾਲਿਆਂ ਨੂੰ ਅੰਗਾਰਿਆਂ ਤੇ ਚੱਲਣਾ ਪੈਂਦਾ ਹੈ। ਆਪਣੇ ਰੱਬ ਨਾਲ ਉਲੰਭਾ ਦਿੱਤਾ ਤੇ ਉਸ ਅੱਲਾ ਖੁਦਾ ਨੇ ਇਸ ਤਰ੍ਹਾਂ ਦਾ ਮਾਹੌਲ ਬਣਾਇਆ। ਤਵਾਰੀਖ ਗਵਾਹੀ ਭਰਦੀ ਹੈ ਕਿ ਬਲ ਦੇ ਅੱਗ ਦੇ ਅੰਗਾਰੇ ਖਿੜੇ ਹੋਏ ਫੁੱਲ ਹੋ ਗਏ ਤੇ ਹੱਸ ਕੇ ਇਬਰਾਹੀਮ ਫੁੱਲਾਂ ਤੇ ਗੁਜ਼ਰ ਗਿਆ। ਜਦੋਂ ਤਪਦੇ ਥੰਮ ਇਬਰਾਹੀਮ ਤੋਂ ਬਾਅਦ ਪ੍ਰਹਿਲਾਦ ਵਾਸਤੇ ਉਹਦੇ ਪਿਓ ਹਿਰਣਾਕਸ਼ਪ ਹਰਨਾਕਸ਼ ਨੇ ਅੱਗ ਦਾ ਤਪਦਾ ਥੰਮ ਕਾਇਮ ਕੀਤਾ। ਇਹਨੂੰ ਅੱਗ ਦੇ ਥੰਮ ਨਾਲ ਜੋੜ ਦਿਓ, ਸੜੇਗਾ ਤੇ ਆਪੇ ਹੀ ਮੇਰੀ ਈਨ ਮੰਨੇਗਾ। ਛੋਟੀ ਉਮਰ ਵਿੱਚ ਪ੍ਰਹਿਲਾਦ ਜਦੋਂ ਅੱਗ ਦੇ ਥੰਮ ਨਾਲ ਜੋੜਨ ਲੱਗੇ ਤੇ ਰੱਬ ਨੂੰ ਯਾਦ ਕੀਤਾ, ਉਸ ਖੁਦਾ ਰੱਬ ਨਾਰਾਇਣ ਨੇ ਕੀੜੀ ਬਣ ਕੇ ਤਪਦੇ ਥੰਮ ਤੇ ਚੱਲਿਆ। ਪ੍ਰਹਿਲਾਦ ਨੂੰ ਹੌਸਲਾ ਮਿਲਿਆ। ਉਸ ਜੰਗ ਦੇ ਵਿੱਚੋਂ ਮਾਨੋ ਪ੍ਰਹਿਲਾਦ ਜਿੱਤ ਗਿਆ। ਜਦੋਂ ਗੱਲ ਚੱਲੀ ਗੁਰੂ ਅਰਜਨ ਸਾਹਿਬ ਦੀ ਤੇ ਹਜ਼ੂਰ ਨੂੰ ਤੱਤੀ ਤਵੀ ਤੇ ਬਿਠਾਉਣ ਦੀ ਗੱਲ ਹੋਈ, ਤਪਦੀ ਰੇਤ ਸੀਸ ਵਿੱਚ ਪਾਈ, ਉਬਲਦੇ ਪਾਣੀ ਵਿੱਚ ਵਾਲਿਆ ਤੇ ਮਹਾਰਾਜ ਨੇ ਇੱਕ ਵਾਰ ਵੀ ਰੱਬ ਨੂੰ ਉਲੰਭਾ ਨਹੀਂ ਦਿੱਤਾ। ਯਾ ਖੁਦਾ, ਐ ਅਕਾਲ ਪੁਰਖ ਵਾਹਿਗੁਰੂ, ਤੇਰੀ ਇਬਾਦਤ ਕਰਨ ਵਾਲੇ, ਨਾਮ ਜਪਣ ਵਾਲਿਆਂ ਨੂੰ ਸਜ਼ਾਵਾਂ ਕਿਉਂ? ਹਜ਼ੂਰ ਨੇ ਰੱਬ ਦੇ ਭਾਣੇ ਵਿੱਚ ਇੱਕ ਬਚਨ ਕਿਹਾ, ਤੇਰਾ ਕੀਆ ਮਿੱਠਾ ਲੱਗੈ, ਹਰ ਨਾਮ ਪਦਾਰਥ ਨਾਨਕ ਮੰਗੈ। ਰੱਬ ਨਾਲ ਉਲੰਭਾ ਨਹੀਂ, ਸਗੋਂ ਇਹ ਬਚਨ ਕਿਹਾ, ਐ ਅੱਗ, ਅੱਜ ਤੱਕ ਤੂੰ ਆਪਣਾ ਸੁਭਾਅ ਬਦਲਦੀ ਰਹੀ। ਕਦੇ ਬਲਦੇ ਅੰਗਾਰੇ ਫੁੱਲ ਬਣ ਗਏ, ਕਦੇ ਤਪਦਾ ਥੰਮ ਠੰਡਾ ਹੋ ਗਿਆ, ਪਰ ਅੱਜ ਤੂੰ ਆਪਣਾ ਸੁਭਾਅ ਨਾ ਬਦਲੀ। ਅੱਜ ਗੁਰੂ ਅਰਜਨ ਦੇਵ ਮਹਾਰਾਜ ਆਪਣੇ ਠੰਡਕ ਵਾਲੇ ਸੁਭਾਅ ਤੇ ਕਾਇਮ ਰਹਿਣਗੇ। ਐ ਅੱਗ, ਤੂੰ ਵੀ ਆਪਣੇ ਸੁਭਾਅ ਤੇ ਕਾਇਮ ਰਹੀ। ਵੇਖਾਂਗਾ ਦੁਨੀਆ ਵਿੱਚ ਜਿੱਤਦਾ ਕੌਣ ਹੈ। ਹਮੇਸ਼ਾ ਠੰਡੇ ਨਾਮ ਵਾਲੇ ਦੀ ਜਿੱਤ ਹੋਈ ਔਰ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਦੁਨੀਆ ਦੇ ਨਕਸ਼ੇ ਤੇ ਗੱਲ ਕਾਇਮ ਕਰ ਦਿੱਤੀ। ਸਿੱਖੋ, ਹਿਰਦੇ ਵਿੱਚ ਅਕਾਲ ਪੁਰਖ ਦਾ ਠੰਡਾ ਨਾਮ ਹੋਵੇ, ਦੁਨੀਆ ਦੀਆਂ ਤਪਦੀਆਂ ਹੋਈਆਂ ਲੋਹਾਂ ਵੀ ਉਹਨੂੰ ਤਪਾ ਨਹੀਂ ਸਕਦੀਆਂ। ਸਾਹਿਬ ਨੇ ਉਹ ਬਚਨਾਂ ਦੀ ਵਿਆਖਿਆ ਕੀਤੀ ਕਿ ਚੰਦਨ ਚੰਦ ਨਾ ਸਰਦ ਰੁੱਤ, ਮੂਲ ਨਾ ਮਿਟਈ ਕਾਮ, ਸੀਤਲ ਥੀਵੈ ਨਾਨਕਾ, ਜਪੰਦੜੋ ਹਰ ਨਾਮ। ਇਹਨਾਂ ਪੰਕਤੀਆਂ ਦੀ ਵਿਆਖਿਆ ਕੀਤੀ, ਕਬੀਰ ਸੰਤ ਨਾ ਛਾੜੈ ਸੰਤਈ, ਜੋ ਕੋਟਕ ਮਿਲੇ ਅਸੰਤ, ਮੈਂ ਲਿਆ ਕਰ ਭੁਯੰਗਮ ਬੇਡਿਓ, ਤਾਂ ਸੀਤਲਤਾ ਨਾ ਤਜੰਤ। ਭਾਵੇਂ ਅਨੇਕਾਂ ਸੱਪ ਚੰਦਨ ਨਾਲ ਲਿਪਟ ਜਾਣ, ਪਰ ਚੰਦਨ ਕਦੇ ਆਪਣੀ ਠੰਡਕ ਨਹੀਂ ਛੱਡਦਾ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਸ਼ਹੀਦੀ ਪੁਰਬ ਮਨਾਉਣ ਵਾਲਿਆਂ ਨੂੰ ਹੱਥ ਜੋੜ ਬੇਨਤੀ ਹੈ, ਸਾਧ ਸੰਗਤ, ਗੁਰੂ ਉੱਤੇ ਪ੍ਰਤੀਤ ਤੇ ਪ੍ਰੀਤ ਪੈਦਾ ਕਰੋ। ਜਿਨ੍ਹਾਂ ਹਿਰਦਿਆਂ ਵਿੱਚ ਪ੍ਰੀਤ ਔਰ ਪ੍ਰਤੀਤ ਹੈ, ਉਹ ਗੁਰੂ ਅਰਜਨ ਦੇਵ ਮਹਾਰਾਜ ਦੇ ਚਰਨਾਂ ਵਿੱਚ ਜ਼ਰੂਰ ਸਮਾ ਜਾਣਗੇ। ਜਿਹਦੇ ਅੰਦਰ ਪ੍ਰੇਮ, ਪ੍ਰੀਤ, ਪ੍ਰਤੀਤ ਭਾਵ ਭਰੋਸਾ ਨਾ ਬਣਿਆ, ਉਹ ਗੁਰੂ ਅਰਜਨ ਦੇਵ ਮਹਾਰਾਜ ਦੀ ਖੁਸ਼ੀ ਨਹੀਂ ਲੈ ਸਕਣਗੇ। ਯਤਨ ਕੀਤਾ ਜਾਏ, ਕੱਲੀਆਂ ਸ਼ਬੀਲਾਂ ਨਹੀਂ, ਆਪਾਂ ਗੁਰੂ ਅਰਜਨ ਸਾਹਿਬ ਮਹਾਰਾਜ ਦੀ ਜੀਵਨੀ ਥੋੜੇ ਥੋੜੇ ਸਫ਼ਿਆਂ ਵਿੱਚ ਛਾਪ ਕੇ ਘਰ ਘਰ ਤੱਕ ਦੁਨੀਆ ਨੂੰ ਜਾਗਰਤ ਕੀਤਾ ਜਾਏ ਕਿ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚਮੁੱਚ ਸ਼ਹੀਦਾਂ ਦੇ ਸਰਤਾਜ ਨੇ। ਔਰ ਧੰਨ ਗੁਰੂ ਅਰਜਨ ਦੇਵ ਮਹਾਰਾਜ ਦੇ ਪ੍ਰੇਮ ਵਿੱਚ ਇਹ ਗੱਲ ਪੜ੍ਹੀ ਜਾਏ, ਐ ਸੱਚੇ ਪਾਤਸ਼ਾਹ ਜੀ, ਜੇ ਤੁਸੀਂ ਤੱਤੀ ਤਵੀ ਤੇ ਬੈਠ ਕੇ ਤਪਦੀ ਹੋਈ ਰੇਤ ਸੀਸ ਵਿੱਚ ਪਾਉਣ ਵਾਲੇ ਜ਼ਲਾਤ ਨੂੰ ਮੁਕਤ ਕਰ ਸਕਦੇ ਹੋ, ਆਪਣੇ ਸਿੱਖਾਂ ਨੂੰ ਵੀ ਪ੍ਰੇਮ ਤੇ ਚਰਨਾਂ ਦਾ ਸੁੱਖ ਬਖਸ਼ ਕੇ ਇਹਾਂ ਸੁੱਖ ਅੱਗੇ ਮੁਖ ਉਜਲ ਬਖਸ਼ਿਸ਼ ਕਰਕੇ ਹਿਰਦੇ ਵਿੱਚ ਮੁਕਤੀ ਦਾ ਸੁੱਖ ਪਾਓ।
ਹਿਰਦਾ ਸ਼ਾਂਤ ਰਵੇ, ਮੁਕਤੀ ਦਾ ਦਾਨ ਸਿੱਖਾਂ ਨੂੰ ਦਿਓ। ਪਰ ਚਿੱਤ ਜੋੜ ਕੇ ਗੁਰੂ ਅਰਜਨ ਦੇਵ ਮਹਾਰਾਜ ਦੇ ਪ੍ਰੇਮ ਵਿੱਚ ਆਪਾਂ ਨੂੰ ਇਹ ਪੰਕਤੀ ਪੜ੍ਹਨੀ ਪਏਗੀ। ਸਤਿਗੁਰੂ ਜੀ, ਤੁਹਾਡਾ ਨਾਮ ਜਪ ਕੇ ਜੇ ਪੜਭੁੰਜੇ ਜਲਾਦ ਵਰਗੇ ਤਰ ਗਏ, ਆਪਣੇ ਉਸ ਠੰਡੇ ਨਾਮ ਦੀ ਇੱਕ ਕਿਣ ਸਾਡੇ ਹਿਰਦੇ ਵਿੱਚ ਵੀ ਵਸਾ ਦਿਓ, ਤਾਂ ਜੋ ਇਹ ਅੰਦਰਲਾ ਮਨ ਪ੍ਰੇਮ ਵਿੱਚ ਜਪਣ ਲੱਗ ਜਾਏ। ਤਤ ਵਿਚਾਰ ਜਹ ਮਥੁਰਾ, ਜਗ ਤਾਰਨ ਕੋ ਅਵਤਾਰ ਬਣਾਇਓ, ਜਪਿਓ ਜਿਨ ਅਰਜਨ ਦੇਵ ਗੁਰੂ, ਫਿਰ ਸੰਕਟ ਜੋਨ ਗਰਭ ਨਾ ਆਇਓ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ, ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ। ਭਾਵੇਂ ਸਾਰੀ ਉਮਰ ਲੱਖਾਂ ਕਿਤਾਬਾਂ ਤੇ ਲੱਖਾਂ ਗ੍ਰੰਥ ਕੋਈ ਲਿਖਦਾ ਹੈ, ਲੱਖਾਂ ਵਿਦਵਾਨ ਗੁਰੂ ਅਰਜਨ ਸਾਹਿਬ ਦੀ ਉਸਤਤ ਕਰੀ ਜਾਣ, ਪਰ ਗੁਰੂ ਅਰਜਨ ਦੇਵ ਮਹਾਰਾਜ ਦੀ ਵਡਿਆਈ ਤੇ ਉਸਤਤ ਕਦੇ ਮੁੱਕ ਨਹੀਂ ਸਕਦੀ। ਏਕ ਆਂਖ ਸੇ ਕਿਆ ਬੁਲਬੁਲਾ ਬਹਿਰ ਕੋ ਦੇਖੇ, ਸਾਹਿਲ ਕੋ ਮੰਝ ਧਾਰ ਕੋ ਜਾਂ ਲਹਿਰ ਕੋ ਦੇਖੇ। ਇੱਕ ਅੱਖ ਨਾਲ ਦੁਨੀਆ ਦਾ ਛੋਟਾ ਜਿਹਾ ਸਮੁੰਦਰ ਨਹੀਂ ਵੇਖਿਆ ਜਾ ਸਕਦਾ, ਪਰ ਗੁਰੂ ਅਰਜਨ ਦੇਵ ਮਹਾਰਾਜ ਤਾਂ ਉਹ ਮਹਾਨ ਵਿਸ਼ਾਲ ਸਮੁੰਦਰ ਹਨ, ਜਿਨ੍ਹਾਂ ਨੂੰ ਸੰਸਾਰ ਦੀਆਂ ਲੱਖਾਂ ਕਰੋੜਾਂ ਅੱਖਾਂ ਪੂਰਨ ਰੂਪ ਵਿੱਚ ਦੇਖ ਕੇ ਬਿਆਨ ਨਹੀਂ ਕਰ ਸਕਦੀਆਂ। ਔਰ ਲੱਖਾਂ ਜ਼ਬਾਨਾਂ, ਲੱਖਾਂ ਕਲਮਾਂ ਗੁਰੂ ਅਰਜਨ ਦੇਵ ਮਹਾਰਾਜ ਦੀ ਸਿਫਤ ਕਰਨ ਤੇ ਮੁੱਕ ਨਹੀਂ ਸਕਦੀ। ਕਿਉਂ? ਧੰਨ ਗੁਰੂ ਅਰਜਨ ਦੇਵ ਮਹਾਰਾਜ ਪ੍ਰਤੱਖ ਨਿਰੰਕਾਰ ਹਨ। ਸਹਿਬ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਦੇ ਪ੍ਰੇਮ ਵਿੱਚ ਸਾਰੇ ਪਿਆਰ ਨਾਲ ਪੜ੍ਹਿਓ। ਤਤ ਵਿਚਾਰ ਜਹ ਮਥੁਰਾ, ਜਗ ਤਾਰਨ ਕੋ ਅਵਤਾਰ ਬਣਾਇਓ, ਜਪਿਓ ਜਿਨ ਅਰਜਨ ਦੇਵ ਗੁਰੂ, ਫਿਰ ਸੰਕਟ ਜੋਨ ਗਰਭ ਨਾ ਆਇਓ। ਜਪਿਓ ਜਿਨ ਅਰਜਨ ਦੇਵ ਗੁਰੂ, ਫਿਰ ਸੰਕਟ ਜੋਨ ਗਰਭ ਨਾ ਆਇਓ। ਅਦਬ ਸਹਿਤ ਸਾਰੀ ਸੰਗਤ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿ